ऊचे सुर सो शब्द बसायो, राम कली सो राग मह गायो। ऊचे सुर सो शब्द बसायो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਹਾਜੂਰੇ ਅਨਵਰ ਸ਼ਹਿਨਸ਼ਾਹ ਦੋ ਜਹਾਨ। ਕਮਾਲੇ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ ਰਾਜਕ ਰਿਹਾ ਕੁਨ ਰਹੀਮ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਜੋ ਆਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਨੇ ਕੱਲ੍ਹ ਦੇ ਉਪਦੇਸ਼ ਦੇ ਵਿੱਚ ਜੋ ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹਿ, ਉਹ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਓ ਅੱਗੇ ਜਿਵੇਂ ਸਤਿਗੁਰੂ ਜੀ ਨੇ ਆਪਣੇ ਸੁਭਾਇਮਾਨ ਮੁਖਾਰਬਿੰਦ ਤੋਂ ਸੂਖਮ ਰੂਪ ਦੇ ਵਿੱਚ ਅਖਰੀ ਅਰਥ ਕੀਤੇ ਹਨ, ਕਵੀ ਜੀ ਨੇ ਉਸੇ ਹੀ ਤਰ੍ਹਾਂ ਇਹ ਪਾਵਨ ਇਤਿਹਾਸ ਦੇ ਵਿੱਚ ਅਰਥ ਵਿਚਾਰ ਲਿਖੇ ਹਨ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਚੌਪਈ ਊਚੇ ਸੁਰ ਸੋ ਸ਼ਬਦ ਬਸਾਇਓ। ਉੱਚੇ ਸੁਰ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਜੀ ਸ਼ਬਦ ਉਚਾਰਨ ਕਰਨ ਲੱਗੇ ਤੇ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਮਰਦਾਨਿਆਂ, ਧੁਰ ਕੀ ਬਾਣੀ ਆਈ ਹੈ, ਰਬਾਬ ਵਜਾ। ਬੜੇ ਪ੍ਰੇਮ ਦੇ ਵਿੱਚ ਨਿਮਗਨ ਹੋ ਕੇ ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਭਾਇਮਾਨ ਮੁਖਾਰਬਿੰਦ ਤੋਂ ਸ਼ਬਦ ਉਚਾਰਨ ਕੀਤਾ। ਰਾਮ ਕਲੀ ਸੋ ਰਾਗ ਮਹਿ ਗਾਇਓ। ਆਪ ਜੀ ਨੇ ਪਿੱਛੇ ਸ਼ਬਦ ਦੀ ਵਿਚਾਰ ਸਰਵਣ ਕੀਤੀ ਹੈ। ਰਾਮ ਕਲੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਹੈ। ਸੁਨ ਸੁਨ ਕਰ ਬਹੁ ਮਾਨਵ ਆਏ। ਜਦੋਂ ਉੱਚੀ ਆਵਾਜ਼ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਤੇ ਜਿਹੜੇ ਲੋਕ ਸਨ ਉਹ ਬਹੁਤ ਜ਼ਿਆਦਾ ਸੁਣ ਕੇ ਸਤਿਗੁਰੂ ਜੀ ਦੇ ਪਾਸ ਆਉਣ ਲੱਗੇ। ਪ੍ਰੀਤ ਧਾਰ ਬੈਸੇ ਤਿਹ ਥਾਏ। ਪ੍ਰੀਤੀ ਧਾਰ ਕੇ ਬੜੇ ਪ੍ਰੇਮ ਦੇ ਸਹਿਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਬੈਠ ਗਏ ਨੇ। ਕੇਤਿਕ ਪੰਡਿਤ ਤਿਨੈ ਮਝਾਰੀ। ਉਹਨਾਂ ਦੇ ਵਿੱਚ ਕਿੰਨੇ ਕੁ ਪੰਡਿਤ ਨੇ ਜਿਨ੍ਹਾਂ ਨੇ ਵਿਦਿਆ ਬਹੁਤ ਜ਼ਿਆਦਾ ਪੜ੍ਹੀ ਹੋਈ ਹੈ। ਸ਼ਬਦ ਸ਼੍ਰੋਣ ਸੁਨ ਗਿਰਾ ਉਚਾਰੀ। ਸਤਿਗੁਰੂ ਜੀ ਦੇ ਸੁਭਾਇਮਾਨ ਮੁਖਾਰਬਿੰਦ ਤੋਂ ਸ਼ਬਦ ਸਰਵਣ ਕਰਕੇ ਤੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਨੇ। ਇਸ ਕੋ ਅਰਥ ਸੁਨਾਈਏ ਹਮਕੋ। ਹੇ ਦਇਆਲੂ ਸਤਿਗੁਰੂ ਜੀਓ, ਕਿਰਪਾ ਕਰਕੇ ਇਹ ਸ਼ਬਦ ਦਾ ਜੋ ਅਰਥ ਹੈ ਨਾ ਉਹ ਸਾਨੂੰ ਸੁਣਾਉਣਾ ਕਰੋ ਜੀ। ਸੰਤ ਰੂਪ ਦੇਖਤ ਹੈ ਤੁਮਕੋ। ਆਪ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਹੀ ਇਹ ਪ੍ਰਤੀਤ ਹੁੰਦਾ ਹੈ ਕਿ ਆਪ ਸੰਤ ਰੂਪ ਹੋ, ਕਿਉਂਕਿ ਆਪ ਜੀ ਦੇ ਚਿਹਰੇ ਦੇ ਉੱਪਰ ਬਹੁਤ ਜ਼ਿਆਦਾ ਜਲਾਲ ਝਲਕਦਾ ਹੈ। ਆਪ ਜੀ ਦਾ ਨੂਰਾਨੀ ਚਿਹਰਾ ਹੈ। ਇਸ ਕਰਕੇ ਸਤਿਗੁਰੂ ਜੀਓ, ਆਪ ਜੀ ਦੇ ਦਰਸ਼ਨ ਕਰਕੇ ਮਨ ਦੀ ਇਕਾਗਰਤਾ ਹਾਸਲ ਹੁੰਦੀ ਹੈ। ਸ਼੍ਰੀ ਨਾਨਕ ਸੁਨ ਅਰਥ ਬਖਾਨਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਪੰਡਤਾਂ ਦੀ ਬੇਨਤੀ ਸੁਣ ਕੇ ਸੁਭਾਇਮਾਨ ਮੁਖਾਰਬਿੰਦ ਤੋਂ ਅਰਥ ਉਚਾਰਨ ਕੀਤਾ ਹੈ। ਇਕ ਮਨ ਹੈ ਕਰ ਸੁਨਹੁ ਸੁਜਾਨਾ। ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਪੰਡਤ ਜਨੋ, ਬਹੁਤ ਜ਼ਿਆਦਾ ਸੁਜਾਨ ਹੋ ਤੁਸੀਂ, ਵਿਦਿਆ ਪੜ੍ਹੀ ਹੋਈ ਹੈ ਤੁਸੀਂ, ਇਸ ਕਰਕੇ ਇੱਕ ਮਨ ਇੱਕ ਚਿਤ ਹੋ ਕੇ, ਇਕਾਗਰ ਚਿਤ ਹੋ ਕੇ ਇਹ ਸ਼ਬਦ ਦੇ ਅਰਥ ਸਰਵਣ ਕਰਨਾ ਕਰੋ ਜੀ। ਸਾਸ ਰਬ ਉਡ ਛਿਤ ਬਾਏ ਸੋ ਤੈਸੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਸੂਰਜ ਤੇ ਚੰਦਰਮਾ ਤੇ ਅਤੇ ਜਿਹੜੀ ਹਵਾ ਹੈ ਉਹ ਉਸੇ ਹੀ ਤਰ੍ਹਾਂ ਨੇ। ਤ੍ਰੈ ਜੁਗ ਮਹਿ ਵਰਤਹਿ ਥੀ ਜੈਸੇ। ਜਿਵੇਂ ਤਿੰਨੇ ਯੁੱਗਾਂ ਦੇ ਵਿੱਚ ਹਵਾ, ਸੂਰਜ, ਚੰਦਰਮਾ ਇਹ ਵਰਤ ਰਹੇ ਸਨ, ਚੱਲ ਰਹੇ ਸਨ,
ਉਸੇ ਹੀ ਤਰ੍ਹਾਂ ਲਗਾਤਾਰ ਚੱਲ ਰਹੇ ਹਨ। ਜਿਵੇਂ ਪਿਛਲੇ ਯੁੱਗ ਸਤਯੁਗ, ਦੁਆਪਰ, ਤ੍ਰੇਤਾ ਯੁੱਗ, ਇਹਨਾਂ ਯੁੱਗਾਂ ਦੇ ਵਿੱਚ ਵਰਤਦੇ ਰਹੇ ਹਨ। ਸੂਰਜ, ਚੰਦਰਮਾ, ਹਵਾ ਉਸੇ ਹੀ ਤਰ੍ਹਾਂ ਚੱਲ ਰਹੇ ਨੇ। ਦੋਹਰਾ ਮਾਨਵ ਮਲੇਨ ਬੁੱਧੀ ਪਏ, ਜਾਂ ਤੇ ਕਲੀਲ ਖਾਏ। ਜਿਹੜੇ ਮਨੁੱਖ ਨੇ ਨਾ, ਮਨੁੱਖ ਇਹ ਮਲੀਨ ਬੁੱਧੀ ਵਾਲੇ ਹੋ ਗਏ, ਮੈਲੀ ਮੱਤ ਵਾਲੇ ਹੋ ਗਏ ਨੇ। ਇਸ ਕਰਕੇ ਕਲਯੁਗ ਜਾਣਿਆ ਜਾਂਦਾ ਹੈ। ਇਸ ਕਰਕੇ ਹੀ ਕਲਯੁਗ ਜਾਣਿਆ ਜਾਂਦਾ, ਕਿਉਂਕਿ ਜਿਹੜੇ ਮਨੁੱਖ ਨੇ ਨਾ ਕਲਯੁਗ ਦੇ ਸਮੇਂ ਦੇ ਵਿੱਚ ਕਲਯੁਗ ਦੇ ਪ੍ਰਭਾਵ ਹੇਠ ਮਲੀਨ ਬੁੱਧੀ ਵਾਲੇ ਹੋ ਗਏ ਨੇ। ਹੁਣ ਇਨ ਕੋ ਵਿਸ਼ਵਾਸ ਕਿਆ, ਕਲ ਜੇ ਨਰ ਜਨਮਾਏ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਫਿਰ ਇਹਨਾਂ ਜੀਵਾਂ ਦਾ ਵਿਸ਼ਵਾਸ ਕੀ ਹੈ ਜੋ ਕਲਯੁਗ ਦੇ ਸਮੇਂ ਦੇ ਵਿੱਚ ਪੈਦਾ ਹੋਏ ਨੇ। ਹੁਣ ਇਨ ਕੋ ਵਿਸ਼ਵਾਸ ਕਿਆ, ਹਾਂਜੀ, ਕਲ ਜੇ ਨਰ ਜਨਮਾਏ। ਜਿਹੜੇ ਕਲਯੁਗ ਦੇ ਸਮੇਂ ਦੇ ਵਿੱਚ ਮਨੁੱਖ ਪੈਦਾ ਹੋਏ ਨੇ ਨਾ, ਇਹਨਾਂ ਦਾ ਵਿਸ਼ਵਾਸ ਕੀ ਹੈ, ਕੀ ਭਰੋਸਾ ਹੈ। ਇੱਕ ਤਾਂ ਇਹਨਾਂ ਦੀ ਉਮਰ ਥੋੜ੍ਹੀ ਹੈ, ਤੇ ਉਮਰ ਥੋੜ੍ਹੀ ਦੇ ਵਿੱਚ ਇਹਨਾਂ ਨੂੰ ਭੱਜ ਦੌੜ ਬਹੁਤੀ ਜ਼ਿਆਦੀ ਹੈ। ਉਮਰ ਥੋੜ੍ਹੀ ਹੈ ਤੇ ਭੱਜ ਦੌੜ ਬਹੁਤੀ ਹੈ, ਤੇ ਬਹੁਤ ਜ਼ਿਆਦਾ ਜੰਜਾਲਾਂ ਦੇ ਵਿੱਚ ਫਸੇ ਹੋਏ ਨੇ। ਇਸ ਕਰਕੇ ਪ੍ਰਮਾਤਮਾ ਦੀ ਭਗਤੀ ਤੋਂ ਰਹਿਤ ਨੇ, ਤੇ ਜਿਸ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਨਾ ਹੋਵੇ ਉਹਨੂੰ ਧਰਮੀ ਨਹੀਂ ਕਿਹਾ ਜਾ ਸਕਦਾ। ਜਿਹੜਾ ਧਰਮੀ ਨਾ ਹੋਵੇ, ਅਧਰਮੀ ਬੰਦੇ ਦਾ ਕੋਈ ਵਿਸ਼ਵਾਸ ਨਹੀਂ ਹੈ, ਕੋਈ ਭਰੋਸਾ ਨਹੀਂ ਹੈ ਕਿ ਇਸ ਸਮੇਂ ਉਹਨੇ ਧੋਖਾ ਦੇ ਜਾਣਾ, ਉਹਦਾ ਕੋਈ ਵੀ ਵਿਸ਼ਵਾਸ ਨਹੀਂ ਹੈ। ਫਿਰ ਇਹਨਾਂ ਦੀ ਜਿਹੜੀ ਉਮਰ ਹੈ ਨਾ, ਇਹ ਥੋੜ੍ਹੀ ਹੈ। ਉਮਰ ਥੋੜ੍ਹੀ ਹੋਣ ਕਰਕੇ ਕੋਈ ਵੀ ਵਿਸ਼ਵਾਸ ਨਹੀਂ ਕਿ ਕਦੋਂ ਅੰਤ ਸਮਾਂ ਆ ਜਾਵੇ। ਉਮਰਾਂ ਥੋੜ੍ਹੀ ਹੈ ਨਾ ਕਲਯੁਗ ਦੇ ਸਮੇਂ ਦੇ ਵਿੱਚ। ਇੱਕ ਪਾਸੇ ਤਾਂ ਇਹਨਾਂ ਦੀ ਉਮਰ ਥੋੜ੍ਹੀ ਹੈ, ਤੇ ਦੂਜੇ ਪਾਸੇ ਇਹ ਕਲਯੁਗ ਦੇ ਜੀਵ ਭੈੜੇ ਕਰਮ ਕਰਦੇ ਨੇ, ਬੁਰੇ ਕਰਮਾਂ ਦੇ ਵਿੱਚ ਪ੍ਰਵਿਰਤ ਰਹਿੰਦੇ ਨੇ, ਤੇ ਪ੍ਰਮਾਤਮਾ ਦੀ ਭਗਤੀ ਤੋਂ ਹੀਣੇ ਨੇ। ਤੇ ਜਿਹੜਾ ਪ੍ਰਮਾਤਮਾ ਦੀ ਭਗਤੀ ਤੋਂ ਹੀਣਾ ਹੋਵੇ, ਉਹਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਦੇ ਵਾਸਤੇ। ਤੋ ਜਿਵੇਂ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ ਨੇ ਕਿ ਜਿਹੜੇ ਜੀਵ ਪਾਪਾਂ ਦੇ ਸਹਿਤ ਨੇ, ਉਹਨਾਂ ਦਾ ਭਰੋਸਾ ਕੋਈ ਨਹੀਂ ਹੈ। ਤੋ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ, ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਨਾ ਵਿਜੋਗ ਸੰਤਾਪ। ਤੋ ਪਾਪ ਬੁਰਾ ਹੈ, ਪਰ ਪਾਪੀ ਬੰਦੇ ਨੂੰ ਪਾਪ ਪਿਆਰਾ ਲੱਗਦਾ ਹੈ। ਪਾਪਾਂ ਦੇ ਵਿੱਚ ਹੀ ਪ੍ਰਵਿਰਤ ਰਹਿੰਦੇ ਨੇ ਦਿਨ ਰਾਤ, ਤੇ ਫਿਰ ਇਹਨਾਂ ਦਾ ਵਿਸ਼ਵਾਸ ਕੀ ਕਰ ਸਕਦੇ ਹਾਂ। ਜਿਹੜਾ ਜੀਵ ਪਾਪ ਕਰਦਾ ਹੈ ਨਾ, ਪਾਪ ਕਰਮ ਕਰਦਾ, ਧੋਖੇਬਾਜ਼ੀਆਂ ਦਗੇਬਾਜ਼ੀਆਂ ਕਰਦਾ ਹੈ, ਤੇ ਉਹਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬੁਰੇ ਕਰਮਾਂ ਦੇ ਵਿੱਚ ਉਹਨੇ ਪ੍ਰਵਿਰਤ ਰਹਿਣਾ ਹੈ। ਤੇ ਬੁਰੇ ਕਰਮ ਵਾਲਿਆਂ ਦੇ ਸਿਰ ਦੇ ਉੱਪਰ ਸਦਾ ਵਾਸਤੇ ਕਾਲ ਹੈ। ਪਤਾ ਨਹੀਂ ਅੰਤ ਸਮਾਂ ਕਦੋਂ ਆ ਜਾਣਾ, ਤੇ ਪਤਾ ਨਹੀਂ ਐਸੇ ਇਨਸਾਨ ਨੇ ਕਦੋਂ ਧੋਖਾ ਕਰਨਾ ਹੈ। ਇਸ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ। ਚੌਪਈ ਬਰਖਾ ਵਿਖੇ ਬੁੱਧ ਬੁਦਾ ਜੈਸੇ। ਹਾਂਜੀ, ਜੀਵ ਦੀ ਉਤਪਤੀ ਐਸੀ ਹੈ ਕਿ ਜਿਵੇਂ ਵਰਸ਼ਾ ਹੁੰਦੀ ਹੈ ਨਾ, ਜਦੋਂ ਮੀਂਹ ਪੈਂਦਾ ਹੈ ਤੇ ਉਸ ਸਮੇਂ ਬੁਲਬੁਲੇ ਉਤਪੰਨ ਹੁੰਦੇ ਨੇ। ਬੁਲਬੁਲੇ ਉਤਪੰਨ ਹੁੰਦੇ ਤੇ ਦੇਖਦਿਆਂ ਹੀ ਉਹ ਬੁਲਬੁਲੇ ਟੁੱਟ ਜਾਂਦੇ ਨੇ। ਉਹ ਹਵਾ ਜੀ ਹੁੰਦੀ ਹੈ ਪਾਣੀ ਦੇ ਵਿੱਚ ਭਰੀ ਜਾਂਦੀ, ਤੇ ਹਵਾ ਜਦੋਂ ਨਿਕਲਦੀ ਹੈ ਨਾ, ਤੇ ਉਹ ਬੁਲਬੁਲਾ ਖਤਮ ਹੋ ਜਾਂਦਾ ਹੈ। ਜਿਵੇਂ ਕਿਸੇ ਕਵੀ ਨੇ ਵੀ ਕਿਹਾ ਹੈ ਕਿ ਕੀ ਮੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ। ਤੋ ਇਹ ਜੀਵ ਦਾ ਜੀਵਨ ਬੁਲਬੁਲੇ ਜੈਸਾ ਹੈ। ਪਾਣੀ ਦੇ ਵਿੱਚ ਹਵਾ ਭਰ ਕੇ ਬੁਲਬੁਲਾ ਬਣਦਾ ਹੈ, ਤੇ ਮਿੰਟ ਦੇ ਵਿੱਚ ਹੀ ਉਸੇ ਵੇਲੇ ਦੇਖਦਿਆਂ ਹਵਾ ਨਿਕਲ ਜਾਂਦੀ। ਇਸੇ ਹੀ ਤਰ੍ਹਾਂ ਜੀਵ ਦੀ ਉਤਪਤੀ ਹੈ। ਕਲਯੁਗੀ ਜੀਵਾਂ ਦਾ ਕੋਈ ਵੀ ਭਰੋਸਾ ਨਹੀਂ ਹੈ। ਉਪਜਤ ਬਿਨਸਤ ਹੈ ਇਹ ਤੈਸੇ। ਇਸੇ ਹੀ ਤਰ੍ਹਾਂ ਇਹ ਸੰਸਾਰਕ ਜੀਵ, ਕੋਈ ਪੈਦਾ ਹੋਇਆ, ਕੋਈ ਜੀਵ ਚਲਾ ਗਿਆ, ਹਲਟ ਦੀਆਂ ਟਿੰਡਾਂ ਵਾਂਗੂ ਹੈ ਜੀਵਾਂ ਦੀ ਉਤਪਤੀ। ਜਿਵੇਂ ਸਤਿਗੁਰੂ ਜੀ ਨੇ ਭਗਤ ਨਾਮਦੇਵ ਜੀ ਦੇ ਦੁਆਰਾ ਇਹ ਬਚਨ ਉਚਾਰਨ ਕੀਤੇ ਨੇ ਕਿ ਪਿੰਡੀ ਉਬ ਕਲੇ ਸੰਸਾਰਾ, ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ, ਜਮ ਕਾਰਨਾ
ਪਤਤ ਪਾਵਨ ਮਾਧੋ ਬਿਰਦ ਤੇਰਾ ਧਨ ਤੇਵੈ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥੈ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਸੁਰ ਨਾਰ ਮਨ ਜਨ ਜਿਨਹੂ ਤੇ ਦੂਰ। ਇਸ ਪ੍ਰਕਾਰ ਐਸੇ ਬਚਨ ਕੀਤੇ ਨੇ। ਤੋ ਕਹਿਣ ਤੋਂ ਭਾਵ ਕਿ ਹਲਟ ਦੀਆਂ ਟਿੰਡਾਂ ਵਾਂਗੂ ਇਹ ਜਗਤ ਦੇ ਜੀਵ ਨੇ। ਜਿਵੇਂ ਹਲਟ ਦੀਆਂ ਟਿੰਡਾਂ ਚੱਲਦੀਆਂ ਨੇ, ਇੱਕ ਸਖਣੀ ਇੱਕ ਹੋਰ ਭਰੀਅਤ ਹੈ। ਇੱਕ ਜੋ ਟਿੰਡ ਉੱਪਰ ਆਉਂਦੀ ਹੈ ਤੇ ਉਹ ਸਖਣੀ ਹੋ ਜਾਂਦੀ ਹੈ, ਪਾਣੀ ਉਹਦੇ ਚੋਂ ਨਿਕਲ ਜਾਂਦਾ ਹੈ ਤੇ ਫਿਰ ਜੋ ਘੁੰਮ ਕੇ ਥੱਲੇ ਜਾ ਕੇ ਫਿਰ ਦੁਬਾਰਾ ਭਰੀ ਜਾਂਦੀ ਹੈ। ਭਰੀਆਂ ਟਿੰਡਾਂ ਸਖਣੀਆਂ ਹੁੰਦੀਆਂ ਜਾਂਦੀਆਂ ਨੇ ਤੇ ਜਿਹੜੀਆਂ ਖਾਲੀ ਨੇ ਉਹ ਭਰ ਰਹੀਆਂ ਨੇ। ਇਸੇ ਹੀ ਤਰ੍ਹਾਂ ਐਸੀ ਹਾਲਤ ਹੈ ਜਿਵੇਂ ਹਲਟ ਦੀਆਂ ਟਿੰਡਾਂ ਘੁੰਮਦੀਆਂ ਰਹਿੰਦੀਆਂ ਜਨਮ ਮਰਨ ਦੇ ਚੱਕਰ ਦੇ ਵਿੱਚ। ਕਬਹੂ ਜੀਅਰਾ ਊਬ ਚਰਤ ਹੈ, ਕਬਹੂ ਜਾਏ ਪਿਆਲੇ ਲੋਭੀ ਜੀਅਰਾ ਥਿਰ ਨਾ ਰਹਿਤ ਹੈ। ਚਾਰੇ ਕੁੰਡਾਂ ਭਾਲੇ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ। ਜਿਤਨੇ ਨਰਕ ਸੇ ਮਨਮੁਖ ਭੋਗਹਿ, ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖ ਆਉਣ ਜਾਣ ਦੇ ਚੱਕਰ ਦੇ ਵਿੱਚ ਪਏ ਰਹਿੰਦੇ ਹਨ। ਜੋ ਕਲ ਜੁਗ ਕਿਤ ਦੇਸ਼ ਨ ਆਇਓ, ਜੋ ਕਲ ਯੁਗ ਹੈ ਨਾ ਕਿਸੇ ਦੇਸ਼ ਦੇ ਵਿੱਚ ਨਹੀਂ ਆਇਆ ਹੋਇਆ ਸੁਣਿਆ। ਬੈਠਿਓ ਕਿਤੇ ਦੁਰਗ ਨਹਿ ਪਾਇਓ, ਨਾ ਕੋਈ ਕਲਯੁਗ ਕਿਲਾ ਬਣਾ ਕੇ ਬੈਠਾ ਹੈ। ਕਲਯੁਗ ਕਿਤੇ ਮਹਿਲ ਉਸਾਰ ਕੇ ਵੀ ਨਹੀਂ ਬੈਠਾ। ਕਿਤੇ ਦੇਸ਼ ਨਾ ਆਇਆ ਸੁਣੀਏ ਮਹਿਲ ਉਸਾਰ ਨਾ ਬੈਠਾ। ਸਤਿਗੁਰੂ ਜੀ ਦੇ ਬਚਨ ਹਨ। ਪਹਿਲਾਂ ਸ਼ਬਦ ਦੇ ਵਿੱਚ ਆਪ ਜੀ ਨੇ ਸਰਵਣ ਕੀਤੇ। ਜੇ ਲਖਣ ਅਬ ਮਨੋਜ ਕਰਾਈ, ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜੋ ਲੱਛਣ ਅੱਜ ਦੇ ਸਮੇਂ ਕਲਯੁਗ ਦੇ ਸਮੇਂ ਦੇ ਵਿੱਚ ਲੋਕ ਕਰਦੇ ਨੇ, ਜਾਂ ਤੇ ਕਲਯੁਗ ਪਰਤ ਲਖਾਈ, ਜਾਂ ਤੇ ਇਸ ਕਰਕੇ ਕਲਯੁਗ ਦਿਖਾਈ ਦੇ ਰਿਹਾ ਹੈ। ਇਹ ਜਿਹੜੇ ਕਰਮ ਕਰਦੇ ਨੇ ਨਾ ਕਲਯੁਗੀ ਜੀਵ, ਇਹਨਾਂ ਦਾ ਕਰਕੇ ਹੀ ਕਲਯੁਗੀ ਹੈ। ਜਿਵੇਂ ਕੋਈ ਮਨੁੱਖ ਬਹੁਤੇ ਜ਼ਿਆਦਾ ਭੈੜੇ ਕਰਮ ਕਰਨ ਵਾਲਾ ਹੋਵੇ, ਲੜਾਈ ਝਗੜੇ ਕਰਨ ਵਾਲਾ ਹੋਵੇ, ਭੈੜੇ ਕਰਮ ਕਰਨ ਵਾਲਾ ਹੋਵੇ, ਨਿੰਦਿਆ ਚੁਗਲੀ ਕਰਨ ਵਾਲਾ ਹੋਵੇ, ਵਿਸ਼ਿਆਂ ਦੇ ਵਿੱਚ ਗਲਤਾਨ ਹੋਵੇ ਤੇ ਜਦੋਂ ਕੋਲੋਂ ਦੀ ਲੰਘੇ ਤੇ ਲੋਕ ਕਹਿੰਦੇ ਨੇ ਕਿ ਆ ਗਿਆ ਕਲਯੁਗ। ਕਲਯੁਗ ਜੈਸੇ ਕੋਈ ਕਰਮ ਕਰਦਾ ਹੈ ਨਾ ਤੇ ਉਸੇ ਤਰ੍ਹਾਂ ਹੀ ਉਹਨੂੰ ਪੁਕਾਰਿਆ ਜਾਂਦਾ ਹੈ। ਜੇ ਕੋਈ ਭੈੜੇ ਕਰਮ ਕਰੇ ਤੇ ਉਹਨੂੰ ਬੰਦੇ ਨੂੰ ਹੀ, ਇਨਸਾਨ ਨੂੰ ਹੀ, ਮਨੁੱਖ ਨੂੰ ਹੀ ਕਲਯੁਗ ਕਹਿਣ ਲੱਗ ਪੈਂਦੇ ਨੇ। ਤੋ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਹਾਂਜੀ ਲਖਣ ਜਿਹੜਾ ਬਚਨ ਉੱਪਰ ਆਇਆ ਦੂਜੀ ਪੰਕਤੀ, ਬੈਠਿਓ ਕਿਤੇ ਦੁਰਗ ਨਹਿ ਪਾਇਓ, ਨਾ ਕੋਈ ਕਿਲਾ ਬਣਾ ਕੇ ਬੈਠਾ ਹੈ ਕਲਯੁਗ। ਜੇ ਲਖਣ ਅਬ ਮਨੁਜ ਕਰਾਈ, ਜੈਸੇ ਲੱਛਣ ਐਸੇ ਜੋ ਕਲਯੁਗ ਦੇ ਸਮੇਂ ਦੇ ਵਿੱਚ ਮਨੁੱਖ ਕਰਦੇ ਨੇ। ਜਾਂ ਤੇ ਕਲਯੁਗ ਪਰਤ ਲਖਾਈ, ਜਾਂ ਤੇ ਇਸ ਕਰਕੇ ਕਲਯੁਗ ਦਿਖਾਈ ਦੇ ਰਿਹਾ ਹੈ। ਕਲਯੁਗ ਮਨੁੱਖਾਂ ਦੇ ਵਿੱਚ ਹੀ ਪ੍ਰਤੀਤ ਹੋ ਰਿਹਾ ਹੈ। ਮਨੁੱਖਾਂ ਦੇ ਜੀਵਾਂ ਦੇ ਜਿਹੜੇ ਕਰਮ ਨੇ ਨਾ ਉਹਨਾਂ ਦੇ ਵਿੱਚੋਂ ਹੀ ਕਲਯੁਗ ਪ੍ਰਤੀਤ ਹੋ ਰਿਹਾ ਹੈ। ਜਤ ਸਤ ਤਪ ਹੈ ਪੂਰਾ ਨਾਹੀ, ਹਾਂਜੀ ਨਾ ਤਾਂ ਕੋਈ ਜਤ ਦੇ ਵਿੱਚ ਪੂਰਾ ਹੈ, ਨਾ ਤਪ ਦੇ ਵਿੱਚ ਪੂਰਾ, ਨਾ ਸਤ ਦੇ ਵਿੱਚ ਪੂਰਾ ਹੈ। ਨਾਮ ਜਪੈ ਤਿਹ ਕਹਿ ਬਦਰਾਹੀ, ਜਿਹੜਾ ਨਾਮ ਜਪਦਾ ਹੈ ਨਾ ਉਹਦੀ ਬਦਨਾਮੀ ਕਰਦੇ ਨੇ। ਉਹ ਜਿਹੜਾ ਕੋਈ ਨਾਮ ਜਪਦਾ ਹੋਵੇ ਦੁਨੀਆ ਦੇ ਲੋਕ ਉਹਦੀ ਵਡਿਆਈ ਕਰਨ ਲੱਗਦੇ ਨੇ ਤੇ ਜਿਹੜੇ ਈਰਖਾਲੂ ਲੋਕ ਨੇ ਨਾ ਨਾਮ ਜਪਣ ਵਾਲੇ ਦੀ ਵਡਿਆਈ ਸਹਾਰ ਨਹੀਂ ਸਕਦੇ ਤੇ ਫਿਰ ਅਨੇਕਾਂ ਤਰ੍ਹਾਂ ਦੇ ਢੰਗ ਬਣਾਉਂਦੇ ਰਹਿੰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਨਾਮ ਜਪਣ ਵਾਲੇ ਦੀ ਜਿਹੜੀ ਵਡਿਆਈ ਹੋ ਰਹੀ ਹੈ ਨਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਉਣਾ ਚਾਹੀਦਾ ਹੈ, ਉਹਦੀ ਬਦਨਾਮੀ ਕਰਨੀ ਚਾਹੀਦੀ ਹੈ। ਤੇ ਅਨੇਕਾਂ ਤਰੀਕਿਆਂ ਦੇ ਨਾਲ ਨਾਮ ਜਪਣ ਵਾਲੇ ਦੀ, ਬੰਦਗੀ ਕਰਨ ਵਾਲੇ ਦੀ ਬਦਨਾਮੀ ਕਰਦੇ ਨੇ। ਤੋ ਜੋ ਸਤਿਗੁਰੂ ਜੀ ਨੇ ਪਿੱਛੇ ਸ਼ਬਦ ਦੇ ਵਿੱਚ ਬਚਨ ਕਹੇ ਨੇ ਕਿ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏ, ਜਿਹੜਾ ਨਾਮ ਜਪਦਾ ਹੈ ਨਾ ਦੁਨੀਆ ਦੇ ਲੋਕ ਉਹਦੀ ਬਦਨਾਮੀ ਕਰਦੇ ਨੇ, ਉਹਨੂੰ ਬੁਰਾ ਭਲਾ ਬੋਲਦੇ ਹੀ ਰਹਿੰਦੇ ਨੇ, ਅਨੇਕਾਂ ਤਰ੍ਹਾਂ ਦੇ ਵਿਅੰਗ ਕੱਸਦੇ ਰਹਿੰਦੇ ਨੇ ਉਹਦੇ ਜੀਵਨ ਦੇ ਉੱਤੇ। ਬਹਿੰਦਿਆਂ ਉੱਠਦਿਆਂ ਕਿਸੇ ਵੀ ਤਰ੍ਹਾਂ ਉਹਨੂੰ ਝੱਲਦੇ ਨਹੀਂ। ਇਹ ਦੁਨੀਆ ਦੇ ਲੋਕ ਐਸੇ ਨੇ, ਕਲਯੁਗ ਦਾ ਪ੍ਰਭਾਵ ਹੈ। ਦੋਹਰਾ ਸਤਜੁਗ ਪਾਪੀ ਏਕ ਤੇ ਦੇਸ਼ ਮਾਰੇ ਸੋਏ, ਸਤਜੁਗ ਦੇ ਸਮੇਂ ਦੇ ਵਿੱਚ ਜੇ ਕੋਈ ਇੱਕ ਬੰਦਾ ਪਾਪ ਕਰਦਾ ਸੀ ਨਾ
ਤੇ ਦੇਸ਼ ਨੂੰ ਮਾਰਿਆ ਜਾਂਦਾ ਸੀ, ਭਾਵ ਕਿ ਦੇਸ਼ ਨੂੰ ਦੰਡ ਦਿੱਤਾ ਜਾਂਦਾ ਸੀ। ਤ੍ਰੇਤੇ ਨਗਰੀ ਪੀੜੀਏ ਦੁਆਪਰ ਕੁਲ ਆਗ ਹੋਏ। ਤ੍ਰੇਤੇ ਯੁੱਗ ਦੇ ਵਿੱਚ ਨਗਰੀ ਨੂੰ ਹੀ ਪੀੜ ਦਿੱਤਾ ਜਾਂਦਾ ਸੀ। ਜੇ ਕੋਈ ਨਗਰੀ ਦੇ ਵਿੱਚੋਂ ਪਾਪ ਕਰਦਾ, ਨਗਰ ਦੇ ਵਿੱਚੋਂ ਪਾਪ ਕਰਦਾ ਤੇ ਨਗਰ ਨੂੰ ਪੀੜ ਦਿੱਤਾ ਜਾਂਦਾ ਸੀ। ਤੇ ਹਾਂਜੀ, ਤ੍ਰੇਤੇ ਨਗਰੀ ਪੀੜੀਏ ਦੁਆਪਰ ਕੁਲ ਆਗ ਹੋਏ। ਤੇ ਦੁਆਪਰ ਦੇ ਸਮੇਂ ਦੇ ਵਿੱਚ, ਦੁਆਪਰ ਦੇ ਯੁੱਗ ਦੇ ਵਿੱਚ ਜਿਹੜੀ ਕੁਲ ਦੇ ਵਿੱਚੋਂ ਕੋਈ ਮਨੁੱਖ ਪਾਪ ਕਰਦਾ ਸੀ ਨਾ, ਉਹ ਕੁਲ ਨੂੰ ਹੀ ਦੰਡ ਲੱਗਦਾ ਸੀ, ਭਾਵ ਕਿ ਕੁਲ ਨੂੰ ਪਾਪ ਲੱਗਦਾ ਸੀ, ਕੁਲ ਨੂੰ ਪਾਪੀ ਮੰਨਿਆ ਜਾਂਦਾ ਸੀ। ਚੌਪਈ ਕਲ ਜੁਗ ਪਾਪ ਕਰੈ ਸੋ ਪਾਵਤ। ਕਲ ਯੁੱਗ ਦੇ ਸਮੇਂ ਦੇ ਵਿੱਚ ਜਿਹੜਾ ਪਾਪ ਕਰਦਾ ਹੈ ਨਾ, ਉਹਨੂੰ ਦੰਡ ਮਿਲਦਾ ਹੈ। ਜਿਵੇਂ ਬਚਨ ਆਏ ਨੇ ਨਾ ਬਾਣੀ ਦੇ ਵਿੱਚ ਕਿ ਇਹ ਕਰ ਕਰੇ ਸੋ ਇਹ ਕਰ ਪਾਵੈ, ਜਿਹੜੇ ਹੱਥ ਦੇ ਨਾਲ ਪਾਪ ਕਰੇ ਉਹ ਹੀ ਹੱਥ ਵੱਢਿਆ ਜਾਂਦਾ ਹੈ। ਪੁਨ ਸਤ ਗੁਰ ਜਿਹ ਕੋ ਬਖਸ਼ਾਵਤ। ਫਿਰ ਪਾਪ ਕਰਮ ਜੇ ਜਾਣੇ ਅਣਜਾਣੇ ਪਾਪ ਕਰਮ ਹੋ ਜਾਵੇ, ਜੇ ਭੁੱਲ ਹੋ ਜਾਵੇ, ਜੋ ਔਗਣ ਉਹਨੂੰ ਕਹਿੰਦੇ ਨੇ, ਜਿਹੜਾ ਜਾਣ ਬੁੱਝ ਕੇ ਕੀਤਾ ਜਾਵੇ ਤੇ ਵਾਰ-ਵਾਰ ਕੀਤਾ ਜਾਵੇ। ਭੁੱਲ ਉਹਨੂੰ ਕਹਿੰਦੇ ਨੇ ਜਿਹੜੀ ਜਾਣੇ ਅਣਜਾਣੇ ਦੇ ਵਿੱਚ ਹੋਵੇ। ਜੇ ਕਿਸੇ ਦੇ ਕੋਲੋਂ ਭੁੱਲ ਹੋ ਜਾਵੇ, ਧਰਮੀ ਦੇ ਕੋਲੋਂ ਭੁੱਲ ਹੋ ਜਾਵੇ, ਹਾਂਜੀ ਧਰਮੀ ਦੇ ਕੋਲੋਂ ਭੁੱਲ ਹੋ ਜਾਵੇ, ਤੇ ਫਿਰ ਸਤਿਗੁਰੂ ਜੀ ਦੇ ਚਰਨ ਸਰਨ ਦੇ ਵਿੱਚ ਆ ਕੇ ਅਰਦਾਸ ਬੇਨਤੀ ਕਰੇ। ਗੁਰਮਤਿ ਦੇ ਵਿੱਚ ਇਹ ਅਸੂਲ ਹੈ ਕਿ ਗੁਰੂ ਕੇ ਸਿੱਖ ਦੇ ਪਾਸੋਂ ਭੁੱਲ ਹੋ ਗਈ ਤੇ ਉਹ ਪੰਜਾਂ ਪਿਆਰਿਆਂ ਦੇ ਪਾਸ ਪੇਸ਼ ਹੋਵੇ, ਤੇ ਪੰਜ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਤੇ ਤਾਂ ਭੁੱਲ ਬਖਸ਼ਾਈ ਜਾ ਸਕਦੀ ਹੈ। ਸਤਿਗੁਰੂ ਜੀ ਹੀ ਬਖਸ਼ਣਹਾਰ ਨੇ ਜੀਵ ਦੇ ਪਾਪਾਂ ਨੂੰ। ਨਾਮ ਦਾਨ ਦੇ ਕਰੈ ਉਧਾਰਾ। ਗੁਰੂ ਕੇ ਸਿੱਖ ਦੀ ਝੋਲੀ ਦੇ ਵਿੱਚ, ਸ਼ਰਧਾ ਰੂਪ ਝੋਲੀ ਦੇ ਵਿੱਚ ਸਤਿਗੁਰੂ ਜੀ ਨਾਮ ਦੀ ਦਾਤ ਪਾ ਦਿੰਦੇ ਨੇ ਤੇ ਫਿਰ ਕਿਰਪਾ ਕਰਕੇ ਸਿੱਖ ਦਾ ਉਧਾਰ ਕਰ ਦਿੰਦੇ ਨੇ। ਇਸ ਬਿਨ ਅਪਰ ਨਾ ਕੋ ਉਪਚਾਰਾ। ਇਸ ਪੂਰੇ ਸਤਿਗੁਰੂ ਜੀ ਤੋਂ ਬਿਨਾ, ਪੂਰੇ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆਏ ਤੋਂ ਬਿਨਾ ਹੋਰ ਕੋਈ ਵੀ ਯਤਨ ਨਹੀਂ ਹੈ ਕਿ ਜੀਵ ਦਾ ਪਾਪ ਕਰਮ ਬਖਸ਼ਿਆ ਜਾ ਸਕੇ। ਹੋਰ ਅਨੇਕਾਂ ਤਰ੍ਹਾਂ ਦੇ ਸਾਧਨ ਕਰ ਲਵੇ ਪਰ ਪਾਪ ਕਰਮ ਬਖਸ਼ਿਆ ਨਹੀਂ ਜਾ ਸਕਦਾ। ਪੂਰੇ ਸਤਿਗੁਰੂ ਜੀ ਦੇ ਵਿੱਚ ਹੀ ਇਹ ਸਮਰੱਥਾ ਹੈ ਕਿ ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਪਾਪ ਕਰਮ ਬਖਸ਼ ਦਿੰਦੇ ਨੇ। ਵੇਦ ਅਥਰਵਣ ਮਥ ਕਰ ਸਭ ਹੀ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਚਾਰੇ ਹੀ ਵੇਦ ਤੇ ਅਥਰਵਣ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ ਤੋਂ ਇਹ ਆਦਿਕ ਚਾਰੇ ਹੀ ਵੇਦ ਜਿਹੜੇ ਹਨ ਉਹਨਾਂ ਨੂੰ ਮੱਥ ਕੇ ਰਿੜਕ ਕੇ, ਭਾਵ ਕਿ ਉਹਨਾਂ ਦਾ ਤਤ ਸਿਧਾਂਤ ਕੱਢਿਆ। ਹਰ ਕੀ ਰਤ ਗਤ ਦੇਵਤ ਅਬਹੀ। ਸਤਿਗੁਰੂ ਜੀ ਕਹਿੰਦੇ ਨੇ ਬਚਨ ਕਿ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਪਰਮਾਤਮਾ ਵਾਹਿਗੁਰੂ ਜੀ ਦਾ ਜਸ ਕਰਨਾ, ਪਰਮਾਤਮਾ ਦਾ ਜਸ ਸਰਵਣ ਕਰਨਾ, ਸੰਗਤ ਦੇ ਵਿੱਚ ਆ ਕੇ ਕਥਾ ਕੀਰਤਨ ਸਰਵਣ ਕਰਨਾ, ਇਹ ਜੋ ਪਰਮਾਤਮਾ ਵਾਹਿਗੁਰੂ ਜੀ ਦਾ ਜਸ ਕਰਨਾ ਹੈ ਨਾ, ਇਹੋ ਹੀ ਪੂਰਨ ਤੌਰ ਤੇ ਲਾਭ ਪ੍ਰਾਪਤ ਹੁੰਦਾ ਹੈ। ਬੜਾ ਵੱਡਾ ਭਾਰੀ ਲਾਹਾ ਹੈ। ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਵੀ ਬਚਨ ਕੀਤੇ ਨੇ ਕਿ ਕਲ ਮਹਿ ਕੀਰਤ ਹਰ ਨਾਮਾ। ਤੋ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਬੜਾ ਵੱਡਾ ਭਾਰੀ ਪੁੰਨ ਹੈ। ਤੋ ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਕਿਰਪਾ ਕਰਕੇ ਆਪਣੀ ਸੰਗਤ ਦੇ ਨਾਲ ਮੇਲੀ ਰੱਖੋ। ਰੱਖ ਸੰਗਤ ਤੁਮ ਜੋ ਪਿਆਰੀ, ਆਪਣੀ ਪਿਆਰੀ ਸੰਗਤ ਦੇ ਨਾਲ ਮੇਲ ਕੇ ਰੱਖੋ, ਜਿਸ ਕਰਕੇ ਅਸੀਂ ਜੀਵਾਂ ਦਾ ਉਧਾਰ ਹੋਵੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੀ ਕੀਰਤੀ ਕਰਨੀ, ਜਸ ਕਰਨਾ, ਇਹ ਸਾਧ ਸੰਗਤ ਹੈ ਤੇ ਸਿਰੇ ਦਾ ਕਰਮ ਹੈ, ਸ਼੍ਰੋਮਣੀ ਕਰਮ ਹੈ। ਸਤਿਗੁਰੂ ਜੀ ਦੀ ਸੰਗਤ ਕਰਨੀ, ਗੁਰੂ ਕੀ ਸੰਗਤ ਦੇ ਵਿੱਚ ਆ ਕੇ ਜਹ ਸਤਿਗੁਰ ਤਹ ਸਤ ਸੰਗ ਬਣਾਈ। ਜਿੱਥੇ ਸਤਿਗੁਰੂ ਜੀ ਨੇ, ਜਿੱਥੇ ਗੁਰੂ ਕੀ ਬਾਣੀ ਹੈ ਉੱਥੇ ਸੰਗਤ ਹੈ, ਤੇ ਜਹ ਸਤਿਗੁਰ ਤਹ ਸਤ ਸੰਗ ਬਣਾਈ, ਉੱਥੇ ਸੰਗਤ ਹੈ। ਹਰ ਕੀਰਤ ਸਾਧ ਸੰਗਤ ਹੈ। ਪ੍ਰਮਾਤਮਾ ਦਾ ਜਸ ਕਰਨਾ ਹੈ ਨਾ ਗੁਰੂ ਕੇ ਸਿੱਖਾ, ਤੇ ਫਿਰ ਸਾਧੂ ਸਤਿਗੁਰੂ ਜੀ ਦੀ ਸੰਗਤ ਦੇ ਵਿੱਚ ਆ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ।
ਸਾਰੇ ਕਰਮਾਂ ਦੇ ਵਿੱਚੋਂ ਸਿਰੇ ਦਾ ਕਰਮ ਹੈ, ਸ਼੍ਰੋਮਣੀ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਤੇ ਸੰਗਤ ਪ੍ਰਾਪਤ ਕਿਹਨੂੰ ਹੁੰਦੀ ਹੈ? ਕਹੋ ਨਾਨਕ ਤਿਸ ਭਇਓ ਪ੍ਰਾਪਤ। ਉਹਨੂੰ ਗੁਰੂ ਕਾ ਸੰਗ ਪ੍ਰਾਪਤ ਹੋਇਆ ਜਿਸ ਪੁਰਬ ਲਿਖੇ ਕਾ ਲਹਿਣਾ। ਜਿਨ੍ਹਾਂ ਦੇ ਮੱਥੇ ਦੇ ਉੱਤੇ ਪੂਰਬਲੇ ਮੱਥੇ ਦੇ ਉੱਪਰ ਚੰਗੇ ਲੇਖ ਲਿਖੇ ਨੇ ਸਤਿਗੁਰੂ ਜੀ ਨੇ, ਉਹ ਪੁਰਸ਼ਾਂ ਨੂੰ, ਉਹ ਗੁਰੂ ਕੇ ਸਿੱਖਾਂ ਨੂੰ, ਸਾਧੂ ਸਤਿਗੁਰੂ ਜੀ ਦਾ ਸੰਗ ਪ੍ਰਾਪਤ ਹੋਇਆ। ਨਾਵਣ ਧੋਵਣ ਬਿਰਥਾ ਸਾਰੇ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਨਹਾਉਣਾ ਧੋਣਾ ਬਿਅਰਥ ਹੈ। ਕਈ ਸੁੱਚ ਪਵਿੱਤਰਤਾ ਬਹੁਤ ਜ਼ਿਆਦਾ ਰੱਖਦੇ ਨੇ, ਸੰਗਤ ਨਹੀਂ ਕਰਦੇ, ਨਾਮ ਨਹੀਂ ਜਪਦੇ, ਨਿਤਨੇਮ ਨਹੀਂ ਕਰਦੇ, ਨਾਮ ਅਭਿਆਸ ਨਹੀਂ ਕਰਦੇ, ਸੰਗਤ ਤੋਂ ਘਿਰਣਾ ਕਰਦੇ ਨੇ। ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਨਹਾਉਣਾ ਧੋਣਾ ਸਭ ਕੁਝ ਬਿਅਰਥ ਹੈ। ਤੀਰਥਾਂ ਤੇ ਇਸ਼ਨਾਨ ਕਰਦੇ ਫਿਰਨਾ ਸਭ ਕੁਝ ਬਿਅਰਥ ਹੈ। ਸਤਿਗੁਰੂ ਜੀ ਦਾ ਹੁਕਮ ਹੈ ਕਿ ਜੇ ਤੀਰਥ ਦੇ ਉੱਪਰ ਇਸ਼ਨਾਨ ਕੀਤਾ ਤੇ ਫਿਰ ਨਾਮ ਜਪ, ਪਰਿਕਰਮਾ ਕਰਦਿਆਂ ਹੋਇਆਂ ਬਾਣੀ ਪੜ੍ਹ, ਨਾਮ ਅਭਿਆਸ ਕਰ, ਤਾਂ ਪਿਆਰਿਆ ਸਭ ਕੁਝ ਕੀਤਾ ਹੋਇਆ ਸਫਲਾ ਹੋਵੇਗਾ। ਤੇ ਵੈਸੇ ਨਾਮ ਤੋਂ ਬਿਨਾਂ ਇਹ ਜਿਹੜੇ ਕਰਮ ਕਰਨੇ ਨੇ ਉਹ ਫੋਕਟ ਕਰਮ ਹੀ ਹਨ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਨੱਥੀ ਨਾਤਿਆਂ, ਦੋਏ ਭਾ ਚੜੀਐਸ ਹੋਰ, ਬਾਹਰ ਧੋਤੀ ਤੂੰਬੜੀ, ਅੰਦਰ ਵਿਸ ਨਕੋਰ, ਸਾਧ ਪਲੇ ਅਨਾਤਿਆਂ, ਚੋਰ ਸੇ ਚੋਰਾ ਚੋਰ। ਇਹ ਪੰਕਤੀ ਪੜ੍ਹ ਕੇ ਕਿਤੇ ਇਹ ਨਹੀਂ ਕਹਿਣਾ ਕਿ ਮੈਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ, ਮੈਲੇ ਕੁਚੈਲੇ ਕੱਪੜੇ ਪਾਈ ਫਿਰੇ, ਨਹੀਂ, ਇਹ ਗੁਰਸਿੱਖ ਨੂੰ ਹੁਕਮ ਨਹੀਂ ਹੈ। ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰੇ, ਸੁਚੇਤ ਹੋਵੇ, ਕੇਸਾਂ ਦੇ ਵਿੱਚ ਕੰਘਾ ਕਰੇ, ਕੰਘਾ ਦੋਨੋਂ ਵਕਤਕਾਰ, ਪਾਗ ਚੁਨੈ ਕਰ ਬੰਧਈ, ਦਾਤਨ ਨੀਤ ਕਰੇ, ਨਾ ਦੁਖ ਪਾਵੈ ਲਾਲ ਜੀ। ਤੋ ਇਸੇ ਹੀ ਤਰ੍ਹਾਂ ਇਹ ਸਤਿਗੁਰੂ ਜੀ ਨੇ ਰਹਿਤ ਮਰਿਆਦਾ ਦੇ ਵਿੱਚ ਦਰਸਾਇਆ ਹੈ। ਫਿਰ ਸਤਿਗੁਰੂ ਜੀ ਦੇ ਬਚਨ ਨੇ ਕਿ ਗੁਰੂ ਕਾ ਸਿੱਖ ਨਾਮ ਅਭਿਆਸ ਕਰੇ, ਨਿਤਨੇਮ ਕਰੇ। ਇਹ ਸਤਿਗੁਰੂ ਜੀ ਦਾ ਹੁਕਮ ਹੈ। ਸਤਿਗੁਰੂ ਜੀ ਨੂੰ ਬੇਨਤੀ ਕਰਦੇ ਰਹੀਏ ਕਿ ਸਤਿਗੁਰੂ ਜੀ ਉਹ ਆਪ ਜੀ ਦੀ ਸਿੱਖੀ ਕਮਾਉਣੀ, ਮਰਿਆਦਾ ਦੇ ਵਿੱਚ ਪ੍ਰਪੱਕ ਰਹਿਣਾ, ਇਹ ਬੜੀ ਕਠਿਨ ਗੱਲ ਹੈ। ਸਤਿਗੁਰੂ ਜੀ ਉਹ ਆਪ ਹੀ ਕਿਰਪਾ ਕਰੋ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਆਪਣੇ ਚਰਨਾਂ ਦੇ ਨਾਲ, ਬਾਣੀ ਦੇ ਨਾਲ, ਸੇਵਾ ਸਿਮਰਨ ਦੇ ਨਾਲ ਰਹਿਤ ਮਰਿਆਦਾ ਦੇ ਵਿੱਚ ਪ੍ਰਪੱਕ ਰਹੀਏ। ਇਹ ਕਿਰਪਾ ਕਰੋ ਜੀ। ਇਹ ਸਦਾ ਵਾਸਤੇ ਤਰਲਾ ਲੈਂਦੇ ਰਹੀਏ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ। ਹਾਂਜੀ, ਰਾਗ ਦ્વੈਖ ਮਲ ਨਹੀਂ ਉਤਾਰੇ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਤੀਰਥਾਂ ਤੇ ਭਰਮਦੇ ਫਿਰੀਏ, ਇਸ਼ਨਾਨ ਕਰਦੇ ਫਿਰੀਏ, ਪਰ ਨਾਮ ਨਾ ਜਪੀਏ, ਬੰਦਗੀ ਨਾ ਕਰੀਏ। ਤੇ ਜਿਹੜੀ ਮੈਲ ਹੈ, ਕਿਹੜੀ ਮੈਲ ਨਹੀਂ ਲੱਥਦੀ? ਹਾਂਜੀ, ਫਿਰ ਦੁਬਾਰਾ ਪੰਕਤੀ ਪੜੋ। ਰਾਗ ਦ્વੈਖ ਮਲ ਨਹੀਂ ਉਤਾਰੇ। ਤੋ ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਰਾਗ ਦੁਐਖ ਦੀ ਮੈਲ ਨਹੀਂ ਉਤਰਦੀ, ਈਰਖਾ ਬਖੀਲੀ ਦੀ ਮੈਲ ਨਹੀਂ ਉਤਰਦੀ। ਈਰਖਾ ਬਖੀਲੀ, ਨਿੰਦਿਆ ਚੁਗਲੀ ਕਰਨੀ, ਇਹ ਜਿਹੜੀ ਮੈਲ ਹੈ ਨਾ, ਇਹ ਜਿਹੜੀਆਂ ਮੈਲਾਂ ਨੇ ਇਹ ਨਹੀਂ ਉਤਰਦੀਆਂ ਆਪਣੇ ਅੰਦਰੋਂ। ਸੱਚ ਨਾ ਕਮਾਵਹੁ ਹੋਏ ਨਾ ਸੋਚੂ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜੇ ਸੱਚ ਧਰਮ ਦੀ ਕਮਾਈ ਨਹੀਂ ਕਰਨੀ, ਸੱਚ ਨਾਮ ਦੀ ਕਮਾਈ ਨਹੀਂ ਕਰਨੀ, ਤੇ ਸੁੱਚ ਪਵਿੱਤਰਤਾ ਨਹੀਂ ਹੋ ਸਕਦੀ। ਤੇਰੀ ਸੁੱਚ ਪਵਿੱਤਰਤਾ ਰੱਖੀ ਹੋਈ ਕਿਸੇ ਕੰਮ ਨਹੀਂ ਆਉਣੀ। ਜੇ ਸੱਚ ਨਾਮ ਦੀ ਕਮਾਈ ਨਹੀਂ ਕਰਦਾ, ਸਿਮਰਨ ਭਜਨ ਨਹੀਂ ਕਰਦਾ। ਸੱਚ ਨਾਮ ਕਰ ਬੰਧਨ ਮੋਚੂ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਗੁਰੂ ਕੇ ਸਿੱਖੋ, ਜੇ ਬੰਧਨਾਂ ਤੋਂ ਛੁੱਟਣਾ ਹੈ ਨਾ, ਬੰਧਨਾਂ ਤੋਂ ਛੁਟਕਾਰਾ ਪਾਉਣਾ ਹੈ, ਤੇ ਫਿਰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ, ਤਾਂ ਬੰਧਨਾਂ ਤੋਂ ਛੁਟਕਾਰਾ ਹੋਵੇਗਾ। ਸਤਨਾਮ ਵਾਹਿਗੁਰੂ ਦਾ ਸਿਮਰਨ ਕਰੀਏ ਤੇ ਫੇਰ ਬੰਧਨ ਨਾਸ ਹੁੰਦੇ ਨੇ, ਖਤਮ ਹੁੰਦੇ ਨੇ। ਮਨ ਮਲੀਨ ਤਨ ਕਰਹਿ ਪਖੰਡਾ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਪੰਡਤੋ, ਮਨ ਤੁਹਾਡੇ ਮਲੀਨ ਨੇ ਤੇ ਉਪਰੀ ਤੌਰ ਤੇ ਪਖੰਡ ਕਰਦੇ ਹੋ। ਜੋ ਕ੍ਰਿਸ਼ਨ ਰਾਧਿਕਾ ਦਾ ਰੂਪ ਧਾਰਨ ਕਰਦੇ ਹੋ, ਮਨ ਮਲੀਨ ਨੇ, ਉਹਨਾਂ ਦੀ ਰੀਸ ਤੁਸੀਂ ਕਰ ਲਓਗੇ ਤੋ ਉਹਨਾਂ ਅਵਤਾਰਾਂ ਦੀ ਬਰਾਬਰੀ ਕਰਦੇ ਹੋ, ਰੀਸ ਉਹਨਾਂ ਦੀ ਕਰ ਲਓਗੇ ਤੁਸੀਂ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਮਨ ਮਲੀਨ ਤਨ ਕਰਹਿ ਪਖੰਡਾ। ਤੋ ਸਰੀਰਕ ਤੌਰ ਤੇ, ਉਪਰੀ ਤੌਰ ਤੇ ਪਖੰਡ ਕਰਕੇ ਦਿਖਾਉਂਦੇ ਹੋ। ਜਿਵੇਂ ਭਗਤ ਨਾਮਦੇਵ ਜੀ ਨੇ ਵੀ ਬਚਨ ਉਚਾਰਨ ਕੀਤੇ ਨੇ ਕਿ ਮਨ ਮੈਲਾ ਏ,
ਪਰ ਉਪਰੀ ਤੌਰ ਤੇ ਪਖੰਡ ਕਰਕੇ ਦਿਖਾਉਂਦੇ ਹੋ। ਸੇ ਨਰਸ ਹੈ ਅਧਿਕ ਜਮ ਡੰਡਾ। ਜਿਨ੍ਹਾਂ ਦਾ ਮਨ ਮਲੀਨ ਹੈ ਤੇ ਉਪਰੀ ਤੌਰ ਤੇ ਜੋ ਕੂੜੀ ਕੂੜੀ ਅੱਖੀਂ ਮੀਚਦੇ ਤਿਨਕਾ ਉਤਰ ਜਾਏਗਾ ਅਭਿਮਾਨ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਜਿਹੜੇ ਝੂਠੇ ਨੇ ਤੇ ਪਖੰਡ ਕਰਦੇ ਨੇ, ਤੋ ਪਖੰਡ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ, ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਉਹਨਾਂ ਦੇ ਸਿਰ ਦੇ ਵਿੱਚ ਜੋ ਮਨ ਮਲੀਨ ਤਨ ਕਰੇ ਪਖੰਡਾ, ਸੇ ਨਰ ਸਹਿ ਅਧਿਕ ਜਮ ਡੰਡਾ। ਉਹ ਜਮਾਂ ਦਾ ਡੰਡ ਸਹਾਰਨਗੇ, ਜਮਾਂ ਦੇ ਡੰਡੇ ਉਹਨਾਂ ਦੇ ਸਿਰ ਦੇ ਵਿੱਚ ਪੈਣਗੇ ਜਿਹੜੇ ਪਖੰਡ ਦੇ ਸਹਿਤ ਕਰਮ ਕਰਦੇ ਨੇ, ਨਾਮ ਨਹੀਂ ਜਪਦੇ, ਬੰਦਗੀ ਨਹੀਂ ਕਰਦੇ। ਰੁਚਿਰ ਰੰਗ ਜੋ ਹੋਏ ਮਿਊਰਾ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜਿਵੇਂ ਮੋਰ ਹੈ ਨਾ, ਮੋਰ ਉਹਦਾ ਰੰਗ ਬੜਾ ਸੋਹਣਾ ਹੁੰਦਾ ਹੈ। ਮੋਰ ਦੇ ਉੱਪਰ ਖੰਭ ਜਿਹੜੇ ਨੇ, ਪੰਖ ਨੇ ਉਹਦੇ ਜਿਹੜੇ, ਉਹ ਬੜੇ ਸੁੰਦਰ ਨੇ। ਮੋਰ ਦਾ ਸਰੂਪ ਬੜਾ ਸੋਹਣਾ ਹੈ। ਬੋਲ ਤਬਾਨੀ ਅਤਿਸ਼ੈ ਰੂਰਾ। ਤੇ ਜਦੋਂ ਮੋਰ ਬਾਣੀ ਬੋਲਦਾ ਏ, ਮੋਰ ਜਦੋਂ ਕੂਕਦਾ ਏ, ਜਦੋਂ ਬੋਲਦਾ ਏ, ਉਹ ਵੀ ਬੜਾ ਸੁੰਦਰ ਲੱਗਦਾ ਏ। ਉਹਦੀ ਕੂਕ ਵੀ, ਉਹਦੀ ਆਵਾਜ਼ ਵੀ ਬੜੀ ਮਿੱਠੀ ਹੈ ਮੋਰ ਦੀ। ਬੀਨ ਬੀਨ ਕਿਰਮਨ ਕੋ ਖਾਹੀ। ਪਰ ਜਦੋਂ ਮੋਰ ਨੂੰ ਦੇਖੀਏ ਨਾ, ਮੋਰ ਕਿਰਮ ਕੀੜੇ ਇਕੱਠੇ ਕਰ ਕਰਕੇ ਖਾਂਦਾ ਹੈ। ਤੇ ਉਹ ਦੰਬੀ ਪੇ ਅਬ ਜਗ ਮਾਹੀ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਪੰਡਤ ਜਨੋ, ਤੁਹਾਡੇ ਜੈਸੇ ਪਖੰਡੀ ਹੁਣ ਜਗ ਦੇ ਵਿੱਚ ਐਸੇ ਹੋ ਗਏ ਨੇ, ਜਗਤ ਦੇ ਵਿੱਚ ਐਸੇ ਪਖੰਡੀ ਹੋ ਗਏ ਨੇ। ਹੁਣ ਜਗਤ ਦੇ ਵਿੱਚ ਜੋ ਉੱਪਰੋਂ ਬੜੀ ਸੁੰਦਰਤਾ ਹੈ, ਬੜੇ ਸੋਹਣੇ ਵਸਤਰ ਧਾਰਨ ਕੀਤੇ ਹੋਏ ਨੇ, ਪਰ ਹਿਰਦੇ ਦੇ ਵਿੱਚ ਪਖੰਡ ਹੈ। ਤੇ ਮੋਰ ਵਾਂਗੂ, ਜਿਵੇਂ ਮੋਰ ਕੀੜੇ ਇਕੱਠੇ ਕਰ ਕਰਕੇ ਖਾਂਦਾ ਹੈ ਨਾ, ਇਸੇ ਹੀ ਤਰ੍ਹਾਂ ਤੁਸੀਂ ਦੰਭ ਪਖੰਡ ਦੇ ਸਹਿਤ ਕਰਮ ਕਰਦੇ ਹੋ ਤੇ ਲੋਕਾਂ ਦੇ ਪਾਸੋਂ ਧਨ ਇਕੱਤਰ ਕਰਕੇ, ਝੂਠ ਬੋਲ ਕੇ, ਧਨ ਅਨੇਕਾਂ ਤਰ੍ਹਾਂ ਦਾ ਪਖੰਡ ਕਰਕੇ, ਪਖੰਡ ਕਰਮ ਕਰਕੇ ਧਨ ਇਕੱਠਾ ਕਰਦੇ ਹੋ ਤੇ ਇਹ ਸਮਝੋ ਕਿ ਮੁਰਦਾ ਹੀ ਖਾਂਦੇ ਹੋ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮਹਾਏ ਸਾਥੇ, ਨਾਨਕ ਐਸਾ ਆਗੂ ਜਾਪੈ। ਐਸੇ ਬਚਨ ਕੀਤੇ ਨੇ। ਹਾਂਜੀ, ਕਾਮ ਕ੍ਰੋਧ ਪੁਨ ਲੋਭ ਅਧੀਨਾ। ਕਾਮ ਦੇ ਅਧੀਨ ਹੋ, ਕ੍ਰੋਧ ਦੇ ਅਧੀਨ ਹੋ ਤੇ ਲੋਭ ਦੇ ਅਧੀਨ ਹੋ ਤੁਸੀਂ। ਅਹੰਕਾਰ ਅਤਿਸ਼ੈ ਮਨ ਪੀਨਾ। ਹੰਕਾਰ ਦੇ ਵਿੱਚ ਅਤਿਸ਼ੈ ਕਰਕੇ ਤੁਹਾਡੀ ਮੱਤ ਭਿੱਜੀ ਹੋਈ ਹੈ। ਜੇ ਕੋਈ ਸਾਧੂ ਮਹਾਤਮਾ ਆ ਜਾਵੇ, ਹੋਵੇ ਬੰਦਗੀ ਕਰਨ ਵਾਲਾ, ਤੇ ਉਹਦੇ ਨਾਲ ਚਰਚਾ ਕਰਨ ਵਾਸਤੇ ਬੈਠ ਜਾਂਦੇ ਹੋ। ਵਿਦਿਆ ਦਾ ਬਹੁਤਾ ਜ਼ਿਆਦਾ ਹੰਕਾਰ ਤੁਸੀਂ ਸਿਰ ਦੇ ਉੱਪਰ ਚੱਕਿਆ ਹੋਇਆ, ਉੱਚੀ ਜਾਤ ਦਾ, ਸੁੰਦਰਤਾ ਦਾ ਅਤੇ ਧਨ ਦਾ। ਤੋ ਇਸੇ ਹੀ ਤਰ੍ਹਾਂ ਵਿਦਿਆ ਦਾ ਹੰਕਾਰ ਤੁਹਾਡੇ ਵਿੱਚ ਬਹੁਤ ਜ਼ਿਆਦਾ ਹੈ, ਹੰਕਾਰ ਚੱਕਿਆ ਸਿਰ ਦੇ ਉੱਪਰ। ਕਾਇ ਨਰਕ ਮੈਂ ਕਸ਼ਟ ਬਿਸਾਲਾ। ਜਿਹੜੇ ਇਸ ਪ੍ਰਕਾਰ ਵਿਕਾਰਾਂ ਦੇ ਅਧੀਨ ਨੇ ਨਾ, ਕਾਮ ਕ੍ਰੋਧ ਹੰਕਾਰ ਦੇ ਅਧੀਨ ਨੇ ਜਿਹੜੇ, ਤੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ, ਨਰਕਾਂ ਦੇ ਵਿੱਚ, ਧਰਮ ਰਾਜੇ ਦੇ ਦਰਗਾਹ ਦੇ ਵਿੱਚ, ਦਰਬਾਰ ਦੇ ਵਿੱਚ ਬਹੁਤਾ ਜ਼ਿਆਦਾ ਦੁੱਖ ਪ੍ਰਾਪਤ ਕਰਨਗੇ, ਬਹੁਤਾ ਜ਼ਿਆਦਾ ਕਸ਼ਟ ਹੋਵੇਗਾ ਉਹਨਾਂ ਨੂੰ। ਤਬ ਪਛਤਾਹੇ ਫਸੇ ਜਮ ਜਾਲਾ। ਜਦੋਂ ਜਮਾਂ ਦੇ ਜਾਲ ਦੇ ਵਿੱਚ ਫਸੋਗੇ ਨਾ, ਜਦੋਂ ਤੁਹਾਡੇ ਕੀਤੇ ਹੋਏ ਕਰਮ ਸਾਹਮਣੇ ਆਉਣਗੇ, ਤੋ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੀਤੇ ਹੋਏ ਕਰਮਾਂ ਨੂੰ ਵਾਚਿਆ ਜਾਣਾ ਤੇ ਉਹਨਾਂ ਕੀਤੇ ਹੋਏ ਕਰਮਾਂ ਦਾ ਕਰਕੇ ਜਮਾਂ ਦਾ ਫੰਦਾ, ਜਮਾਂ ਦਾ ਜਾਲ ਤੁਹਾਡੇ ਗਲ ਦੇ ਵਿੱਚ ਪਵੇਗਾ। ਤਬ ਪਛਤਾਵੇ ਫਸੇ ਜਮ ਜਾਲਾ। ਉਸ ਸਮੇਂ ਬਹੁਤਾ ਜ਼ਿਆਦਾ ਪਛਤਾਵਾ ਹੋਵੇਗਾ ਜਦੋਂ ਜਮਾਂ ਦੇ ਜਾਲ ਦੇ ਵਿੱਚ ਫਸੋਗੇ, ਜਮਾਂ ਦਾ ਡੰਡਾ ਸਿਰ ਦੇ ਵਿੱਚ ਵੱਜੇਗਾ। ਦੋਹਰਾ ਮਿਲਹਿ ਵਡਾਈ ਨਾਮ ਤੇ ਇਸ ਉਪਰ ਨਹਿ ਔਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ, ਨਾਮ ਦੇ ਨਾਲ ਹੀ ਵਡਿਆਈ ਪ੍ਰਾਪਤ ਹੁੰਦੀ ਹੈ, ਨਾਮ ਤੋਂ ਉੱਪਰ ਹੋਰ ਕੋਈ ਨਹੀਂ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਫਿਰ ਕਹਿੰਦੇ ਨੇ ਇਸ ਬਾਣੀ ਤੇ ਹਰ ਨਾਮ ਪਾਏਂਦਾ। ਕਈ ਗੁਰਮੁਖ ਕਹਿੰਦੇ ਨੇ ਕਿ ਬਾਣੀ ਪੜ੍ਹਨ ਦੀ ਲੋੜ ਨਹੀਂ, ਨਾਮ ਅਭਿਆਸ ਕਰਨਾ ਚਾਹੀਦਾ। ਜੇ ਸਤਿਗੁਰੂ ਜੀ ਦੀ ਬਾਣੀ ਪੜ੍ਹੀਏ ਤੇ ਸਤਿਗੁਰੂ ਜੀ ਨੇ ਸਾਰੀ ਬਾਣੀ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸੰਪੂਰਨ ਬਾਣੀ ਦੇ ਵਿੱਚ ਨਾਮ ਦੀ ਮਹਿਮਾ ਕੀਤੀ ਹੈ
ਤੇ ਫਿਰ ਸਤਿਗੁਰੂ ਜੀ ਬਚਨ ਕਰਦੇ ਕਿ ਇਸ ਬਾਣੀ ਤੇ ਹਰ ਨਾਮ ਪਾਏਂਦਾ। ਇਹ ਬਾਣੀ ਦੇ ਵਿੱਚੋਂ ਹੀ ਗੁਰੂ ਕੇ ਸਿੱਖਾ ਤੈਨੂੰ ਨਾਮ ਦੀ ਦਾਤ ਪ੍ਰਾਪਤ ਹੋਣੀ ਹੈ। ਇਸ ਕਰਕੇ ਗੁਰਬਾਣੀ ਤੇ ਨਾਮ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਇਹ ਜਾਣ ਲੈਣਾ ਕਰ ਆਪਣੇ ਹਿਰਦੇ ਦੇ ਵਿੱਚ। ਮਿਲਹਿ ਉਲਾਮੇ ਤਾਹਿ ਕੋ ਗੁਰ ਤਜ ਜਾਚਹਿ ਹੋਰ। ਹਾਂਜੀ, ਉਹਨਾਂ ਨੂੰ ਉਲਾਮੇ ਮਿਲਦੇ ਨੇ ਜਿਹੜੇ ਗੁਰੂ ਨੂੰ ਛੱਡ ਕੇ, ਗੁਰੂ ਕੀ ਸੰਗਤ ਨੂੰ ਛੱਡ ਕੇ, ਗੁਰੂ ਕੇ ਸਿਧਾਂਤ ਨੂੰ ਛੱਡ ਕੇ ਤੇ ਹੋਰ ਥਾਵਾਂ ਤੇ ਅਨਮਤੀਆਂ ਦੇ ਪਾਸ ਜਾ ਕੇ ਮੰਗਦੇ ਫਿਰਦੇ ਨੇ। ਅਨਮਤੀਆਂ ਨੂੰ ਕਹਿੰਦੇ ਫਿਰਦੇ ਨੇ ਕਿ ਸੰਤ ਜੀ ਬੜਾ ਸਮਾਂ ਹੋ ਗਿਆ, ਸਾਰੀ ਉਮਰ ਲੰਘ ਗਈ, ਮੇਰਾ ਮਨ ਟਿਕਿਆ ਨਹੀਂ ਹੁਣ ਤੱਕ। ਤੋ ਸਾਰੀ ਉਮਰ ਗੁਰੂ ਘਰ ਦਾ ਖਾ ਕੇ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਲੂਣ ਖਾਏ ਕਰੇ ਹਰਾਮ ਖੋਰੀ, ਪੇਖਤ ਨੈਣ ਬਿਦਾਰਿਓ। ਗੁਰੂ ਘਰ ਦਾ ਲੂਣ ਖਾ ਕੇ ਤੇ ਅਨਮਤੀਆਂ ਦੇ ਕੋਲ ਜਾ ਕੇ ਕਹਿ ਦੇਣਾ ਕਿ ਸੱਚੇ ਸਤਿਗੁਰੂ ਜੀ ਨੇ ਮੇਰਾ ਮਨ ਹੀ ਨਹੀਂ ਟਿਕਾਇਆ। ਧਰਮ ਦੇ ਅਨੁਸਾਰ ਗੁਰੂ ਕੇ ਸਿੱਖਾ ਜਦੋਂ ਤੂੰ ਚੱਲਿਆ ਹੀ ਨਹੀਂ ਹੈ ਤੇ ਫਿਰ ਤੇਰਾ ਮਨ ਕਿਵੇਂ ਟਿਕ ਜਾਵੇਗਾ। ਤੋ ਗੁਰੂ ਕੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਸਤਿਗੁਰ ਸਿੱਖ ਕੇ ਬੰਧਨ ਘਟ ਹੈ, ਗੁਰ ਕਾ ਸਿੱਖ ਬੇਕਾਰ ਤੇ ਹਟ ਹੈ। ਸਤਿਗੁਰੂ ਜੀ ਸਿੱਖ ਦੇ ਬੰਧਨ ਕੱਟ ਦਿੰਦੇ ਨੇ, ਪਰ ਸ਼ਰਤ ਇਹ ਕਿ ਗੁਰੂ ਕਾ ਸਿੱਖ ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਤੇ ਬੁਰੇ ਕਰਮਾਂ ਨੂੰ ਤਿਆਗ ਦੇਣਾ ਕਰੇ। ਵਿਕੇ ਨਾ ਗੁਰੂ ਕਾ ਸਿੱਖ ਤੋ ਅਨਮਤੀਆਂ ਦੇ ਅੱਗੇ ਨਾ ਜਾ ਕੇ ਝੁਕੇ, ਸਤਿਗੁਰੂ ਜੀ ਦੇ ਅੱਗੇ ਤਰਲਾ ਲਵੇ ਕਿ ਸਤਿਗੁਰੂ ਜੀ ਉਹ ਆਪ ਜੀ ਦੇ ਹੀ ਬਚਨ ਨੇ, ਜੋ ਆਪ ਜੀ ਨੇ ਬਚਨ ਕੀਤੇ ਨੇ। 750 ਅੰਗ ਦੇ ਉੱਪਰ ਆਪ ਜੀ ਨੇ ਬਚਨ ਕੀਤੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰੂ ਜੀ ਉਹ ਆਪ ਜੀ ਤੋਂ ਵੱਡਾ ਗੁਰੂ ਕੋਈ ਨਹੀਂ ਹੈ। ਮੈਂ ਨਿਮਾਣੇ ਦੇ ਵੱਡੇ ਭਾਗ ਨੇ, ਆਪ ਜੈਸੇ ਗੁਰੂ ਦੀ ਪ੍ਰਾਪਤੀ ਹੋਈ। ਤੋ ਸਤਿਗੁਰੂ ਜੀ ਉਹ ਕਿਰਪਾ ਕਰੋ ਆਪਣੀ ਚਰਨ ਸਰਨ ਦੇ ਵਿੱਚ ਰੱਖੋ, ਕਦੇ ਵਾਸਤੇ ਵੀ ਮਨ ਭਟਕੇ ਨਾ, ਮਨ ਦੇ ਵਿੱਚ ਅਗਿਆਨਤਾ ਨਾ ਆਵੇ। ਇਹ ਕਿਰਪਾ ਕਰੋ ਜੀ, ਤਰਲਾ ਹੈ ਆਪ ਜੀ ਦੇ ਚਰਨਾਂ ਦੇ ਵਿੱਚ, ਕਿਰਪਾ ਕਰੋ। ਚੌਪਈ ਜਬ ਸਤਿਗੁਰ ਅਸ ਬਚਨ ਉਚਾਰੇ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਭਾਇਮਾਨ ਮੁਖਾਰ ਬਿੰਦ ਤੋਂ ਐਸੇ ਬਚਨ ਉਚਾਰਨ ਕੀਤੇ, ਦੰਭੀ ਲੱਜਿਤ ਸਭਾ ਮਝਾਰੇ। ਜਿਹੜੇ ਦੰਭੀ ਸੀ ਨਾ, ਪਖੰਡੀ ਸੀ, ਉਹ ਲੱਜਿਤ ਹੋ ਗਏ, ਸ਼ਰਮਿੰਦੇ ਹੋ ਗਏ ਸਭਾ ਦੇ ਵਿੱਚ। ਤੋ ਗੁਰੂ ਕੇ ਸਿੱਖੋ, ਜਿਹੜਾ ਪਖੰਡੀ ਹੈ ਨਾ, ਉਹ ਸੱਚੇ ਖਰੇ ਖਰੇ ਬਚਨ ਸੁਣ ਕੇ ਤੋ ਉਹਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਹੁੰਦੀ ਹੈ। ਜਿਵੇਂ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਤੇ ਤੁਰੇ ਫਿਰਦੇ ਨੇ ਨਾ, ਉਹਨਾਂ ਨੂੰ ਭਗਤ ਰਵਿਦਾਸ ਜੀ ਨੇ ਵੀ ਬੜੇ ਕਰੜੇ ਸ਼ਬਦਾਂ ਦੇ ਵਿੱਚ ਲਿਆ ਹੈ। ਭਗਤ ਕਬੀਰ ਜੀ ਕਹਿੰਦੇ ਨੇ ਉਹਨਾਂ ਨੂੰ ਕਿ ਭਗਤ ਕਬੀਰ ਜੀ ਨੇ ਗੌੜੀ ਰਾਗ ਦੇ ਵਿੱਚ ਬੜੇ ਸੁੰਦਰ ਬਚਨ ਕੀਤੇ ਨੇ। ਰੇ ਜੀ ਨਿਲੱਜ ਹੇ ਬੇਸ਼ਰਮ ਜੀਵ, ਬੇਸ਼ਰਮ ਬੰਦਿਆ ਤੈਨੂੰ ਸ਼ਰਮ ਨਹੀਂ ਹੈ। ਰੇ ਜੀ ਨਿਲੱਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕਹਿ ਜਾਹੀ। ਪਰਮਾਤਮਾ ਨੂੰ ਛੱਡ ਕੇ ਤੇ ਕਿੱਥੇ ਤੁਰਿਆ ਫਿਰਦਾ ਹੈ? ਆਪਣੇ ਗੁਰੂ ਨੂੰ ਛੱਡ ਕੇ, ਪੂਰੇ ਸਤਿਗੁਰੂ ਜੀ ਨੂੰ ਛੱਡ ਕੇ ਥਾਂ ਥਾਂ ਤੇ ਕਿੱਥੇ ਭਟਕਦਾ ਫਿਰਦਾ ਏ। ਰੇ ਜੀ ਨਿਲੱਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕਹਿ ਜਾਹੀ। ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਸ ਦਾ ਠਾਕੁਰ ਮਾਲਕ ਉੱਚਾ ਹੋਵੇ, ਉਹ ਦੂਜਿਆਂ ਘਰਾਂ ਦੇ ਵਿੱਚ ਅਨਮਤੀਆਂ ਦੇ ਕੋਲ, ਪਖੰਡੀਆਂ ਦੇ ਕੋਲ, ਪਖੰਡੀ ਸਾਧਾਂ ਦੇ ਕੋਲ ਜਾਂਦਾ ਹੋਇਆ ਚੰਗਾ ਨਹੀਂ ਲੱਗਦਾ, ਸ਼ੋਭਦਾ ਨਹੀਂ ਹੈ। ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜੋ 404 ਅੰਗ ਦੇ ਉੱਪਰ ਜਾਂ 407 ਅੰਗ ਦੇ ਉੱਪਰ ਜੋ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਕਿ ਹਮਰਾ ਠਾਕੁਰ ਸਭ ਤੇ ਉੱਚਾ, ਰੈਣ ਦਿਨਸ ਤਿਸ ਗਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਮੇਰਾ ਮਾਲਕ ਸਭ ਤੋਂ ਉੱਚਾ ਹੈ। ਤੇ ਸਤਿਗੁਰੂ ਜੀ ਉਹ ਕਿਰਪਾ ਕਰੋ, ਦਇਆ ਕਰੋ, ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਰਾਤ ਦਿਨ ਹੀ ਆਪਣੇ ਮਾਲਕ ਨੂੰ, ਸਤਿਗੁਰੂ ਜੀ ਉਹ ਆਪ ਜੀ ਦੇ ਨਾਮ ਨੂੰ ਮੈਂ ਧਿਆਵਾਂ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ, ਕਿਰਪਾ ਕਰੋ, ਮੈਂ ਵਿਅਰਥ ਕਰਮ ਨਾ ਕਰਾਂ,
ਮੈਂ ਫੋਕਟ ਕਰਮ ਨਾ ਕਰਾਂ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਜਿਹੜਾ ਭੁਲੇਖੇ ਦੇ ਵਿੱਚ ਪੈ ਗਿਆ ਹੈ ਨਾ, ਜਿਸ ਦੇ ਮਨ ਦੇ ਵਿੱਚ ਭਰਮ ਹੋ ਗਿਆ, ਜਿਹਨੂੰ ਗੁਰੂ ਤੇ ਹੀ ਸ਼ੰਕਾ ਹੋ ਗਿਆ ਤੇ ਥਾਂ ਥਾਂ ਤੇ ਜਾ ਕੇ ਮੱਥੇ ਰਗੜਦਾ ਫਿਰਦਾ ਏ, ਉਹਦੇ ਬਾਰੇ ਬਾਣੀ ਦੇ ਵਿੱਚ ਬਚਨ ਨੇ ਕਿ ਭਰਮੇ ਭੂਲਾ ਸਾਖਤ ਫਿਰਤਾ, ਉਹਨੂੰ ਸਾਖਤ ਕਿਹਾ ਹੈ। ਭਾਵੇਂ ਉਪਰੀ ਤੌਰ ਤੇ ਗਿਆਨਵਾਨਾਂ ਵਾਲਾ ਲਿਬਾਸ ਧਾਰਨ ਕੀਤਾ ਹੋਵੇ, ਉਹ ਸਾਖਤ ਹੈ, ਮਾਇਆ ਦਾ ਉਪਾਸ਼ਕ ਹੈ। ਜ਼ਾਲਮ ਸਰਕਾਰਾਂ ਤੋਂ ਡਰ ਕੇ ਤੇ ਉਹਨਾਂ ਜ਼ਾਲਮ ਸਰਕਾਰਾਂ ਦੇ ਕਰਿੰਦਿਆਂ ਦੀ ਤਲੂਏ ਚੱਟਦਾ ਫਿਰਦਾ ਹੈ, ਉਹਨੂੰ ਸਾਖਤ ਕਿਹਾ ਹੈ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕਹਿੰਦੇ ਭਰਮੇ ਭੂਲਾ ਸਾਖਤ ਫਿਰਤਾ, ਨੀਰ ਵਿਰੋਲੇ ਖਪ ਖਪ ਮਰਤਾ। ਭਰਮ ਦੇ ਵਿੱਚ ਭੁੱਲਿਆ ਹੋਇਆ ਮਾਇਆ ਦਾ ਉਪਾਸ਼ਕ ਫਿਰਦਾ ਹੈ ਤੇ ਪਾਣੀ ਰਿੜਕਦਾ ਹੈ। ਨੀਰ ਵਿਰੋਲੇ ਖਪ ਖਪ ਮਰਤਾ, ਜਿਸ ਪਾਹਨ ਕੋ ਠਾकुर ਕਹਿਤਾ, ਸੋ ਪਾਹਨ ਲੈ ਇਸ ਕੋ ਡੁਬਤਾ। ਤੋ ਇਸ ਪ੍ਰਕਾਰ ਦੇ ਬਚਨ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਕੀਤੇ ਨੇ। ਗੁਰੂ ਕੇ ਸਿੱਖਾ ਸਹਿਜ ਸਹਿਜ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕਰ, ਤਾਂ ਸਤਿਗੁਰੂ ਜੀ ਕਿਰਪਾ ਕਰਨਗੇ ਤੇਰੇ ਉੱਪਰ। ਸਹਿਜੇ ਸਹਿਜੇ ਪੁਨ੍ਹਾ ਪੁਨ੍ਹਾ ਅਭਿਆਸ ਕਰਦਿਆਂ, ਸੇਵਾ ਸਿਮਰਨ ਕਰਦਿਆਂ ਤੇਰੀ ਜਿਹੜੀ ਸੁਰਤੀ ਬਿਰਤੀ ਹੈ ਨਾ, ਉਹ ਸੁੱਧ ਹੋ ਜਾਵੇਗੀ। ਗੁਰੂ ਕੇ ਨਾਮ ਦੇ ਵਿੱਚ ਤੇਰੀ ਸੁਰਤੀ ਬਿਰਤੀ ਜੁੜ ਜਾਵੇਗੀ। ਭਗਤ ਜੀ ਕਹਿੰਦੇ ਨੇ ਕਿ ਹਰ ਕਾ ਬਿਲੋਮ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਮਨ ਕਰ ਮਟਕੀ ਤਨ ਮਾਹੇ ਬਿਲੋਈ, ਇਸ ਮਟਕੀ ਮਹਿ ਸ਼ਬਦ ਸੰਜੋਈ। ਇਸ ਪ੍ਰਕਾਰ ਦੇ ਬਚਨ ਕੀਤੇ ਨੇ ਭਗਤ ਜਨਾਂ ਨੇ। ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਆਪ ਜੀ ਦੀ ਬਾਣੀ ਦਾ ਸਿਧਾਂਤ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ। ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ। ਸਦਾ ਵਾਸਤੇ ਬਾਣੀ ਦੇ ਉੱਤੇ ਪੱਕਾ ਵਿਸ਼ਵਾਸ ਹੋ ਜਾਵੇ। ਜਿਸ ਸਿੱਖ ਨੂੰ ਗੁਰੂ ਕੀ ਬਾਣੀ ਦੇ ਉੱਤੇ ਪੱਕਾ ਵਿਸ਼ਵਾਸ ਹੈ ਨਾ, ਭਰੋਸਾ ਹੈ ਨਾ, ਤੇ ਉਹ ਇਹੋ ਹੀ ਕਹਿੰਦਾ ਹੈ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ, ਸਦਾ ਵਾਸਤੇ ਆਪਣੀ ਬਾਣੀ ਦੇ ਨਾਲ ਜੋੜੀ ਰੱਖੋ ਜੀ। ਹਾਂਜੀ, ਪੰਡਤ ਪ੍ਰਸ਼ਨ ਕਰੈ ਕਹਿ ਬਾਣੀ। ਹਾਂਜੀ, ਪੰਡਤ ਜਿਹੜੇ ਪ੍ਰਸ਼ਨ ਕਰਦੇ ਨੇ ਤੇ ਸਤਿਗੁਰੂ ਜੀ ਬਾਣੀ ਬਚਨ ਬੋਲਦੇ ਕਹਿੰਦੇ ਨੇ। ਤਿਹ ਉਪਾਸਨਾ ਤੁਮ ਮਨ ਠਾਨੀ। ਸਤਿਗੁਰੂ ਜੀ ਨੂੰ ਪੰਡਤਾਂ ਨੇ ਪ੍ਰਸ਼ਨ ਕਰ ਦਿੱਤਾ ਹੈ ਤੇ ਸਤਿਗੁਰੂ ਜੀ ਬਚਨ ਕਹਿਣ ਲੱਗੇ। ਹਾਂਜੀ, ਸਤਿਗੁਰੂ ਜੀ ਨੂੰ ਬੇਨਤੀ ਕੀ ਕੀਤੀ ਹੈ? ਸਤਿਗੁਰੂ ਜੀ ਨੂੰ ਉਹ ਪੰਡਤ ਸਵਾਲ ਕਰਕੇ ਪ੍ਰਸ਼ਨ ਕਰਕੇ ਕਹਿਣ ਲੱਗੇ ਕਿ ਕਿਸ ਦੀ ਉਪਾਸਨਾ ਤੁਸੀਂ ਕਰਦੇ ਹੋ, ਕਿਰਪਾ ਕਰਕੇ ਦੱਸੋ ਜੀ। ਨਿਰਗੁਣ ਕੈ ਸਰਗੁਣ ਕੀ ਸੇਵਾ। ਨਿਰਗੁਣ ਦੀ ਸੇਵਾ ਕਰਦੇ ਹੋ ਕਿ ਸਰਗੁਣ ਦੀ ਸੇਵਾ ਕਰਦੇ ਹੋ, ਦੱਸਣਾ ਕਰੋ ਜੀ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਉਹਨਾਂ ਪੰਡਤਾਂ ਨੇ। ਕਹਿ ਕੀ ਕਰਹੋ ਕਹੋ ਨਿਜ ਸੇਵਾ। ਹਾਂਜੀ, ਆਪਣਾ ਭੇਦ ਦੱਸੋ ਜੀ। ਸਤਿਗੁਰੂ ਜੀ ਉਹ ਕਿਸ ਦੀ ਸੇਵਾ ਕਰਦੇ ਹੋ, ਨਿਰਗੁਣ ਜਾਂ ਸਰਗੁਣ ਦੀ ਸੇਵਾ ਕਰਦੇ ਹੋ? ਭੇਦ ਹੋਏ ਤਾਂ ਪ੍ਰਿਥਕ ਸੇਵਾ। ਹਾਂਜੀ, ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਸਰਗੁਣ ਤੇ ਨਿਰਗੁਣ ਦੇ ਵਿੱਚ ਕੋਈ ਭੇਦ ਹੋਵੇ ਤੇ ਤਾਂ ਹੀ ਵੱਖਰਾ ਵੱਖਰਾ ਕਰਕੇ ਦੱਸੀਏ ਤੁਹਾਨੂੰ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਸਰਗੁਣ ਨਿਰਗੁਣ ਦੇ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਹੈ। ਨਿਰਗੁਣ ਸਰਗੁਣ ਲਖੋ ਅਪੇਵਾ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਨਿਰਗੁਣ ਸਰਗੁਣ ਇਹ ਭੇਦ ਤੋਂ ਰਹਿਤ ਜਾਣ ਲੈਣਾ ਕਰੋ, ਕੋਈ ਵੀ ਭਿੰਨ ਭੇਦ ਨਹੀਂ ਹੈ। ਜੋ ਦੋਨੋਂ ਮੈਂ ਭੇਦ ਪਛਾਨੇ। ਜਿਹੜਾ ਦੋਨਾਂ ਦੇ ਵਿੱਚ ਭੇਦ ਪਛਾਣਦਾ ਏ, ਨਿਰਗੁਣ ਤੇ ਸਰਗੁਣ ਦੇ ਵਿੱਚ, ਸੋ ਮਾਨਵ ਜਾਣਹੁ ਅਨਜਾਣੇ। ਸੋ ਮਨੁੱਖ, ਉਹ ਜਿਹੜਾ ਮਨੁੱਖ ਹੈ ਨਾ, ਉਹਨੂੰ ਅਣਜਾਣ ਜਾਣ ਲੈਣਾ ਕਰੋ। ਪੰਡਤੋ, ਹੈ ਤਾਂ ਤੁਸੀਂ ਵਿਦਿਆ ਵੇਤੇ, ਕਹਿਣ ਤੋਂ ਭਾਵ ਕਿ ਵਿਦਿਆ ਤੁਸੀਂ ਬਹੁਤ ਪੜ੍ਹੀ ਹੈ, ਪਰ ਜਿਹੜਾ ਪ੍ਰਸ਼ਨ ਕੀਤਾ ਉਹ ਹਾਸੋਹੀਣਾ ਪ੍ਰਸ਼ਨ ਹੈ। ਕਹਿਣ ਤੋਂ ਭਾਵ ਕਿ ਉਹ ਅਣਜਾਣਾ ਵਾਲਾ ਪ੍ਰਸ਼ਨ ਕੀਤਾ ਹੈ ਤੁਸੀਂ। ਜਿਵੇਂ ਕੋਈ ਅਣਜਾਣ ਅਨਪੜ੍ਹ ਕੋਈ ਪ੍ਰਸ਼ਨ ਕਰਦਾ ਹੈ ਨਾ, ਐਵੇਂ ਤੁਸੀਂ ਸਾਨੂੰ ਪ੍ਰਸ਼ਨ ਕਰ ਦਿੱਤਾ ਹੈ। ਪਰ ਫੇਰ ਵੀ ਤੁਹਾਡੇ ਪ੍ਰਸ਼ਨ ਦਾ ਉੱਤਰ ਦਿੰਦੇ ਆ ਧਿਆਨ ਦੇ ਸਹਿਤ ਸੁਣਨਾ ਕਰੋ ਜੀ। ਦੋਹਰਾ ਨਿਰਗੁਣ ਹੈ ਸਭ ਦੇਹ ਮੈਂ, ਦ੍ਰਿਸ਼ਟਾਵਤ ਹੈ ਸੋਏ। ਸਤਿਗੁਰੂ ਜੀ ਬਚਨ ਕਹਿਣ ਲੱਗੇ ਕਿ ਜਿਹੜਾ ਨਿਰਗੁਣ ਹੈ ਨਾ, ਨਿਰਗੁਣ ਉਹ ਸਾਰੀਆਂ ਦੇਹਾਂ ਦੇ ਵਿੱਚ ਤੇ ਦਿਖਾਈ ਵੀ ਦੇ ਰਿਹਾ ਹੈ। ਕਹਿਣ ਤੋਂ ਭਾਵ ਕਿ ਸਾਰੀਆਂ ਦੇਹਾਂ ਦੇ ਵਿੱਚ ਚੇਸ਼ਟਾ ਕਰਦਾ ਹੋਇਆ
ਪਰਮਾਤਮਾ ਵਾਹਿਗੁਰੂ ਦਿਖਾਈ ਦੇ ਰਿਹਾ ਹੈ। ਇਹਨਾਂ ਸਾਰੀਆਂ ਦੇਹਾਂ ਦੇ ਵਿੱਚ ਜਿੰਨੀਆਂ ਵੀ ਦੇਹਾਂ ਨੇ ਨਾ, ਇਹਨਾਂ ਸਾਰੀਆਂ ਦੇਹਾਂ ਦੇ ਵਿੱਚ ਨਿਰਗੁਣ ਹੈ ਤੇ ਦ੍ਰਿਸ਼ਟਾਵਤ ਹੈ ਸੋਏ। ਉਹ ਪਰਮਾਤਮਾ ਇਹਨਾਂ ਦੇਹਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ, ਚੇਸ਼ਟਾ ਕਰਦਾ ਦਿਖਾਈ ਦੇ ਰਿਹਾ ਹੈ। ਕਹਿਣ ਤੋਂ ਭਾਵ ਕਿ ਨਿਰਗੁਣ ਦੀ ਹੋਂਦ ਜੀਵ ਦੇ ਵਿੱਚ ਹੈ, ਤਾਂ ਜੀਵ ਗੱਲਾਂ ਬਾਤਾਂ ਕਰਦਾ, ਤੁਰਿਆ ਫਿਰਦਾ ਅਤੇ ਚੇਸ਼ਟਾ ਕਰਦਾ ਹੈ, ਕਰਮ ਕਰਦਾ ਫਿਰਦਾ ਹੈ। ਬ੍ਰਿਜ ਮੈਂ ਕਰੈ ਕਲੋਲ ਪੁਨ ਤਨ ਧਰ ਸਰਗੁਣ ਸੋਏ। ਜੋ ਬ੍ਰਿਜ ਭੂਮੀ ਦੇ ਉੱਪਰ ਜੋ ਕਲੋਲ ਕੀਤੇ ਨੇ ਨਾ, ਅਨੇਕਾਂ ਕੌਤਕ ਕੀਤੇ ਨੇ ਸ੍ਰੀ ਕ੍ਰਿਸ਼ਨ ਜੀ ਨੇ, ਉਹ ਮਨੁੱਖੀ ਸਰੀਰ ਧਾਰਨ ਕਰਕੇ ਅਨੇਕਾਂ ਪ੍ਰਕਾਰ ਦੇ ਕੌਤਕ ਕੀਤੇ ਨੇ। ਉਹ ਸਰਗੁਣ ਸਰੂਪ ਸੀ ਸ੍ਰੀ ਕ੍ਰਿਸ਼ਨ ਜੀ ਦਾ, ਉਹ ਸਰਗੁਣ ਸਰੂਪ ਧਾਰਨ ਕੀਤਾ ਸੀ। ਚੌਪਈ ਸ੍ਰੀ ਕ੍ਰਿਸ਼ਨ ਤੇ ਹਿਆ ਅਵਤਾਰਾ। ਸ੍ਰੀ ਕ੍ਰਿਸ਼ਨ ਜੀ ਅਵਤਾਰ ਹੋਏ ਨੇ ਇਹ ਜਗਤ ਦੇ ਉੱਪਰ, ਜਿਨ ਅਬਨੀ ਕੋ ਭਾਰ ਨਿਵਾਰਾ। ਜਿਨ੍ਹਾਂ ਨੇ ਧਰਤੀ ਦਾ ਭਾਰ, ਬਹੁਤਾ ਜ਼ਿਆਦਾ ਧਰਤੀ ਦਾ ਭਾਰ ਨਿਵਰਤ ਕੀਤਾ। ਭਾਵ ਕਿ ਜਿਹੜੇ ਵੱਡੇ ਵੱਡੇ ਰਾਖਸ਼ ਸੀ ਨਾ, ਜਰਾਸੰਧ ਵਰਗੇ, ਤੋ ਉਹ ਵੀ ਭੀਮ ਨੂੰ ਇਸ਼ਾਰਾ ਕਰਕੇ ਮਰਵਾਇਆ। ਤੇ ਫਿਰ ਜੋ ਅਨੇਕਾਂ ਤਰ੍ਹਾਂ ਜਿਹੜੇ ਹੋਰ ਰਾਖਸ਼ ਸਨ, ਉਹਨਾਂ ਨੂੰ, ਕਾਲੀ ਨੱਥ ਵਰਗੇ ਜਿਹੜੇ ਰਾਖਸ਼ ਸਨ, ਉਹਨਾਂ ਨੂੰ ਮਾਰਿਆ, ਉਹਨਾਂ ਦਾ ਉਧਾਰ ਕੀਤਾ ਸ੍ਰੀ ਕ੍ਰਿਸ਼ਨ ਜੀ ਨੇ। ਧਰਤੀ ਤੋਂ ਵੱਡੇ ਵੱਡੇ ਰਾਖਸ਼ਾਂ ਦਾ ਖਾਤਮਾ ਕੀਤਾ ਅਤੇ ਜੀਵਾਂ ਨੂੰ ਪ੍ਰਮਾਤਮਾ ਦੀ ਭਗਤੀ ਵੱਲ ਪ੍ਰਵਿਰਤ ਕੀਤਾ। ਦੇਹ ਕੇ ਚਰਿਤ ਹਿਰਦੈ ਤੁਮ ਧਾਰੋ। ਸਤਿਗੁਰੂ ਜੀ ਕਹਿਣ ਲੱਗੇ ਕਿ ਉਹਨਾਂ ਦੇ ਜਿਹੜੇ ਚਰਿੱਤਰ ਸਨ, ਉਹਨਾਂ ਦਾ ਉੱਚਾ ਸੁੱਚਾ ਜੀਵਨ ਸੀ ਜਿਹੜਾ, ਉਹ ਹਿਰਦੇ ਦੇ ਵਿੱਚ ਧਾਰਨ ਕਰਨਾ ਕਰੋ। ਸ਼ੁੱਧ ਆਤਮੈ ਕਪਟ ਬਿਸਾਰੋ। ਸ਼ੁੱਧ ਆਤਮਾ ਕਰਕੇ, ਹਿਰਦੇ ਨੂੰ ਸ਼ੁੱਧ ਕਰਕੇ ਤੇ ਹਿਰਦੇ ਦੇ ਵਿੱਚੋਂ ਕਪਟ ਦੂਰ ਕਰਕੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣਾ ਕਰੋ। ਭਾਵ ਬੰਧਨ ਮੈਂ ਡਿੱਡ ਜੇ ਬਾਂਦੇ। ਹਾਂਜੀ, ਜਿਹੜੇ ਸੰਸਾਰਕ ਬੰਧਨਾਂ ਦੇ ਵਿੱਚ ਪੱਕੇ ਤੌਰ ਤੇ ਤੁਸੀਂ ਬੱਝੇ ਹੋਏ ਹੋ, ਛੁਟੇ ਤਿਨਹੇ ਤੇ ਹਰਿ ਆਰਾਧੇ। ਜਿਹੜੇ ਬੰਧਨ ਨੇ ਨਾ, ਕਰਤਾ ਭੋਗਤਾ ਦੇ ਬੰਧਨ ਨੇ, ਮੋਹ ਮਾਇਆ ਦੇ ਬੰਧਨ ਨੇ, ਹੰਤਾ ਮਮਤਾ ਦੇ ਜਿਹੜੇ ਬੰਧਨ ਨੇ, ਉਹਨਾਂ ਤੋਂ ਛੁਟਕਾਰਾ ਤਾਂ ਹੋਵੇਗਾ ਜੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰੋਗੇ, ਨਾਮ ਜਪੋਗੇ। ਕਲਮਲ ਕਰੋ ਅੰਤ ਦੁਖਦਾਈ। ਜੇ ਕਲਮਲ ਬੱਜਰ ਪਾਪ ਇਸੇ ਤਰ੍ਹਾਂ ਕਰਦੇ ਰਹੇ ਤੇ ਫਿਰ ਅੰਤ ਸਮੇਂ ਬਹੁਤੇ ਜ਼ਿਆਦਾ ਦੁਖਦਾਈ ਹੋਣਗੇ। ਇਹ ਕੀਤੇ ਹੋਏ ਪਾਪ, ਇਹਨਾਂ ਪਾਪਾਂ ਨੇ ਤੁਹਾਨੂੰ ਨਰਕਾਂ ਦੇ ਵਿੱਚ ਸੁੱਟਣਾ ਹੈ। ਭੈੜੇ ਕਰਮ ਕਰਕੇ ਕੁੰਭੀ ਨਰਕਾਂ ਦੇ ਵਿੱਚ ਪਾਓਗੇ। ਜਪੋ ਨਾਮ ਸਭ ਹੋਏ ਸਹਾਈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਭਾਈ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪੋ ਤੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਤੁਹਾਡਾ ਸਹਾਈ ਹੋਵੇਗਾ ਲੋਕ ਪ੍ਰਲੋਕ ਦੇ ਵਿੱਚ। ਕਲ ਮਹਿ ਹਰ ਕੀਰਤ ਪ੍ਰਧਾਨਾ। ਕਲਯੁਗ ਦੇ ਸਮੇਂ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਜੀ ਦਾ ਜਸ ਕਰਨਾ ਇਹ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਕਲ ਮਹਿ ਕੀਰਤ ਹਰ ਨਾਮਾ। ਤੋ ਇਸ ਪ੍ਰਕਾਰ ਕਲਯੁਗ ਦੇ ਸਮੇਂ ਦੇ ਵਿੱਚ ਪ੍ਰਮਾਤਮਾ ਦੀ ਕੀਰਤੀ, ਪ੍ਰਮਾਤਮਾ ਦਾ ਜਸ ਕੀਤਾ ਹੋਇਆ ਹੀ ਪ੍ਰਵਾਨ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹੁ ਬੋਵਹੁ, ਆਨ ਰੁਤ ਨਾਹੀ ਨਾਹੀ ਮਤ ਭਰਮ ਭੂਲਹੁ ਭੂਲਹੁ। ਐਸੇ ਬਚਨ ਕੀਤੇ ਨੇ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ। ਅਪਾਰ ਨਾ ਜਾਣ ਹੋਇ ਸੇ ਸਮਾਨਾ। ਕਲਯੁਗ ਦੇ ਸਮੇਂ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਵੀ ਕਰਮ ਨਹੀਂ ਹੈ। ਭਗਤ ਕਰੋ ਸਭ ਹੀ ਸੁਖ ਪਾਵਹੁ। ਜੇ ਭਗਤੀ ਕਰੋਗੇ ਨਾ, ਪ੍ਰਮਾਤਮਾ ਦੀ ਭਗਤੀ ਕਰੋਗੇ ਤੇ ਹਰੇਕ ਪ੍ਰਕਾਰ ਦੇ ਸੁਖ ਪ੍ਰਾਪਤ ਹੋਣਗੇ। ਭਗਤੀ ਤੋਖਤ ਦੀਨ ਕਿਰਪਾਲਾ, ਗੁਨਹ ਨਾ ਕਿਤਹੀ ਹੈ ਭਿੱਗਾ। ਪ੍ਰਮਾਤਮਾ ਭਗਤੀ ਦੇ ਅਧੀਨ ਹੈ। ਜਿਹੜੇ ਭਗਤੀ ਕਰਦੇ ਨੇ ਨਾ, ਉਹਨਾਂ ਭਗਤ ਜਨਾਂ ਦੇ ਉੱਪਰ ਬਹੁਤਾ ਜ਼ਿਆਦਾ ਪ੍ਰਸੰਨ ਹੁੰਦਾ ਹੈ ਪ੍ਰਮਾਤਮਾ। ਤੋ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਭਗਤਾਂ ਦੇ ਦੁਆਰਾ ਬਚਨ ਕੀਤੇ ਨੇ ਕਿ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਭਗਤ ਜਨਾਂ ਦੀ ਰੱਖਿਆ ਕਰਨ ਵਾਸਤੇ ਪ੍ਰਮਾਤਮਾ ਆਪ ਆਪਣਾ ਸਿੰਘਾਸਨ ਛੱਡ ਕੇ ਭੱਜਦਾ ਹੈ। ਤੋ ਐਸਾ ਪਿਆਰ ਕਰਦਾ ਭਗਤਾਂ ਦੇ ਨਾਲ। ਕਸ਼ਟ ਹੋਏ ਜੇ ਦੰਭ ਕਮਾਵਹੁ। ਜੇ ਪਖੰਡ ਕਰੋਗੇ ਨਾ ਤੇ ਬਹੁਤਾ ਜ਼ਿਆਦਾ ਕਸ਼ਟ ਹੋਵੇਗਾ ਤੁਹਾਨੂੰ। ਭਾਵ ਕਿ ਕਸ਼ਟ ਬਹੁਤੇ ਜ਼ਿਆਦਾ ਹੋਣਗੇ। ਜੇ ਪਖੰਡ ਕਰੋਗੇ ਤੇ ਇੱਥੇ ਵੀ ਦੁਖੀ
ਅੱਗੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਦੁਖੀ ਹੋਵੋਗੇ। ਦੋਹਰਾ ਦਇਆ ਸਦਨ ਕੇ ਬਦਨ ਤੇ ਬਚਨ ਸੁਨੇ ਗਤ ਦੈਨ। ਦਇਆ ਦੇ ਘਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਭਾਇਮਾਨ ਮੁਖਾਰਬਿੰਦ ਤੋਂ ਬਚਨ ਸਰਵਣ ਕੀਤੇ ਨੇ। ਕਿਹੜੇ ਬਚਨ ਸਰਵਣ ਕੀਤੇ? ਗਤ ਦਾਇਣ, ਮੁਕਤੀ ਦਾਤੇ। ਸਤਿਗੁਰੂ ਜੀ ਦੇ ਸੁਭਾਇਮਾਨ ਮੁਖਾਰਬਿੰਦ ਤੋਂ ਬਚਨ ਸੁਣੇ। ਐਸੇ ਬਚਨ ਸੁਣੇ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਤੇ ਫਿਰ ਮੰਨੀਏ, ਮੰਨ ਕੇ ਕਮਾਈ ਕਰੀਏ, ਸ਼ਰਵਣ ਮੰਨਣ ਦਾ ਅਧਿਆਸਨ ਕਰੀਏ ਤੇ ਫਿਰ ਮੁਕਤੀ ਪ੍ਰਾਪਤ ਹੁੰਦੀ ਹੈ। ਹਿਰਦੈ ਸ਼ੁੱਧ ਬੰਧਨ ਕਰਤ ਸਿੱਖ ਭਈ ਮਨ ਚੈਨ। ਹਿਰਦੇ ਨੂੰ ਸੁੱਧ ਕਰਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਹਿਰਦਾ ਸੁੱਧ ਕਰਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਸਤਿਗੁਰੂ ਜੀ ਦੇ ਬਚਨਾਂ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਤੇ ਹਿਰਦਾ ਸੁੱਧ ਕਰ ਲਿਆ। ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲੀਆਂ। ਫਿਰ ਦੁਬਾਰਾ ਪੰਕਤੀ ਪੜੋ ਜੀ। ਹਿਰਦੈ ਸ਼ੁੱਧ ਬੰਧਨ ਕਰਤ ਸਿੱਖ ਭਏ ਮਨ ਚੈਨ। ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਹਿਰਦਾ ਸੁੱਧ ਹੋ ਗਿਆ ਤੇ ਮਨ ਦੇ ਵਿੱਚ ਟਿਕਾਓ ਪ੍ਰਾਪਤ ਹੋ ਗਿਆ। ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ ਨਾ ਤੇ ਫਿਰ ਮਨ ਟਿਕਾਓ ਦੇ ਵਿੱਚ ਆ ਜਾਂਦਾ। ਮਨ ਦੇ ਜਿਹੜੇ ਫੁਰਨੇ ਨੇ ਨਾ ਉਹ ਖਤਮ ਹੋ ਜਾਂਦੇ ਨੇ। ਸਤਿਗੁਰੂ ਜੀ ਦੇ ਅੱਗੇ ਤਰਲਾ ਲੈਂਦੇ ਰਹੀਏ। ਸਤਿਗੁਰੂ ਜੀ ਆਪ ਹੀ ਕਿਰਪਾ ਕਰਨਗੇ। ਪੁਨਾ ਅਭਿਆਸ ਕਰਨ ਦੇ ਨਾਲ ਜੇ ਨਿਤਾ ਪ੍ਰਤੀ ਮਨ ਨੂੰ ਇਕਾਗਰ ਕਰਨ ਦਾ ਯਤਨ ਕਰੀਏ, ਸਤਿਗੁਰੂ ਜੀ ਦੇ ਅੱਗੇ ਤਰਲਾ ਲੈਂਦੇ ਰਹੀਏ ਤੇ ਸਤਿਗੁਰੂ ਜੀ ਆਪ ਹੀ ਕਿਰਪਾ ਕਰਨਗੇ। ਚੌਪਈ ਜਿਤੇ ਹਤੇ ਜਾਤਰੀ ਤੇ ਥਾਈ। ਜਿੰਨੇ ਵੀ ਯਾਤਰੀ ਆਏ ਹੋਏ ਸਨ ਲੋਕ ਦੂਰੋਂ ਦਰਸ਼ਨ ਕਰਨ ਵਾਸਤੇ, ਸੁਨ ਸਤਿਗੁਰ ਟਿਕ ਆਵਤ ਧਾਈ। ਤੇ ਉਹ ਸਾਰੇ ਹੀ ਸੁਣ ਕੇ ਸਤਿਗੁਰੂ ਜੀ ਦੇ ਕੋਲ ਭੱਜ ਕੇ ਆਉਂਦੇ ਨੇ ਦਰਸ਼ਨ ਕਰਨ ਵਾਸਤੇ। ਬੰਧਨ ਕਰਹਿ ਉਪਾਇਨ ਧਰ ਕੇ। ਬਹੁਤੀਆਂ ਜ਼ਿਆਦੀਆਂ ਭੇਟਾਵਾਂ ਰੱਖ ਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰਦੇ ਨੇ। ਬਿਨੈ ਪਨੈ ਮਹਾਪੁਰਖ ਵਿਚਰ ਕੇ। ਹਾਂਜੀ, ਬੇਨਤੀ ਕਰਦੇ ਨੇ ਸਤਿਗੁਰੂ ਜੀ ਨੂੰ ਮਹਾਪੁਰਖ ਜਾਣ ਕੇ, ਰੱਬ ਦੇ ਪਿਆਰੇ ਜਾਣ ਕੇ, ਤੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਰੂਪ ਜਾਣ ਕੇ ਸਾਰੇ ਹੀ ਲੋਕ ਬੇਨਤੀਆਂ ਕਰਦੇ ਨੇ, ਨਮਸਕਾਰਾਂ ਕਰਦੇ। ਸ੍ਰੀ ਗੁਰ ਸਭਹਿਨ ਦੇ ਉਪਦੇਸ਼ਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਸਾਰੇ ਹੀ ਜੀਵਾਂ ਨੂੰ ਉਪਦੇਸ਼ ਦਿੰਦੇ ਨੇ। ਉਪਦੇਸ਼ ਚਹੁ ਵਰਨਾ ਕੋ ਸਾਂਝਾ ਉਪਦੇਸ਼ ਦਿੰਦੇ ਨੇ। ਸਤਿ ਨਾਮ ਸਿਮਰਹੁ ਜਗ ਤੇਸ਼ਾ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਗਤ ਦਾ ਮਾਲਕ ਹੈ ਜੋ ਪ੍ਰਮਾਤਮਾ ਵਾਹਿਗੁਰੂ, ਉਹ ਸੱਚੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ, ਸਤਿਨਾਮ ਵਾਹਿਗੁਰੂ ਦਾ ਨਾਮ ਸਿਮਰਨਾ ਕਰੋ। ਪਾਓ ਭਗਤ ਕਰੀਏ ਛਲ ਖੋਏ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਆਪਣੇ ਹਿਰਦੇ ਦੇ ਵਿੱਚੋਂ ਛਲ ਕਪਟ ਦੂਰ ਕਰਕੇ, ਵੈਰ ਭਾਵਨਾ, ਈਰਖਾ, ਬਖੀਲੀ, ਨਿੰਦਿਆ, ਚੁਗਲੀ, ਔਗਣ ਕੱਢ ਕੇ ਤੇ ਪ੍ਰਮਾਤਮਾ ਦਾ ਨਾਮ ਜਪੋ। ਹਾਂਜੀ, ਸਤਨਾਮ। ਸਤਿ ਨਾਮ ਸਿਮਰਹੁ ਜਗ ਤੇਸ਼ਾ। ਜਗਤ ਦਾ ਮਾਲਕ ਜੋ ਪ੍ਰਮਾਤਮਾ ਹੈ, ਉਹ ਪ੍ਰਮਾਤਮਾ ਦਾ ਨਾਮ ਸਤਨਾਮ ਵਾਹਿਗੁਰੂ ਸਿਮਰਨਾ ਕਰੋ ਜੀ। ਪਾਓ ਭਗਤ ਕਰੀਏ ਛਲ ਖੋਏ। ਛਲ ਖੋ ਕੇ, ਛਲ ਨਾਸ ਕਰਕੇ, ਛਲ ਕਪਟ, ਈਰਖਾ, ਬਖੀਲੀ, ਨਿੰਦਿਆ, ਚੁਗਲੀ, ਔਗਣ ਕੱਢ ਕੇ ਤੇ ਫੇਰ ਪ੍ਰਮਾਤਮਾ ਦਾ ਨਾਮ ਜਪੋ। ਹਿਰਦੈ ਕਪਟ ਚੁਕਾਵਹੁ ਗੁਰ ਸਿੱਖੋ, ਨੇਹ ਕਪਟ ਕਮਾਵਹੁ ਹਰ ਕੀ ਹਰ ਘਾਲ। ਨਿਹਾਲ 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 ਨਿਹਾਲ, ਨਦਰੀ ਨਦਰ ਨਿਹਾਲ ਕਰ ਦੇਣਗੇ ਸਤਿਗੁਰੂ ਜੀ ਜਦੋਂ ਹਿਰਦੇ ਦੇ ਵਿੱਚੋਂ ਛਾਲ ਕਪਟ ਦੂਰ ਕਰਕੇ ਸਿਮਰਨ ਭਜਨ ਕਰਾਂਗੇ। ਆਸ ਜੇ ਕਰਹੋ ਤੁਮਰੀ ਗਤ ਹੋਏ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜੇ ਇਸ ਪ੍ਰਕਾਰ ਸਿਮਰਨ ਭਜਨ ਕਰੋਗੇ, ਬੰਦਗੀ ਕਰੋਗੇ ਤੇ ਤੁਹਾਡੀ ਮੁਕਤੀ ਹੋਵੇਗੀ, ਜੰਮਣ ਮਰਨ ਤੋਂ ਰਹਿਤ ਹੋ ਜਾਓਗੇ। ਦਿਵਸ ਤੀਨ ਤਹਿ ਰਾਖਿਓ ਡੇਰਾ। 3 ਦਿਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਡੇਰਾ ਰੱਖਿਆ। ਕਰ ਕੈ ਮਰਦਨ ਦੰਭ ਕਨੇਰਾ। ਤੋ ਸਤਿਗੁਰੂ ਜੀ ਨੇ ਅਨੇਕਾਂ ਹੀ ਜੀਵਾਂ ਦਾ ਉਧਾਰ ਕੀਤਾ, ਪਖੰਡ ਨਾਸ ਕਰਕੇ ਤੇ ਸਤਿਗੁਰੂ ਜੀ ਨੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ। ਜਦੋਂ ਪਖੰਡ ਨਿਕਲ ਜਾਵੇ ਹਿਰਦੇ ਦੇ ਵਿੱਚੋਂ ਤੇ ਫਿਰ ਨਾਮ ਦਾ ਆਨੰਦ, ਨਾਮ ਦੀ ਜਿਹੜੀ ਦਾਤ ਹੈ ਹਿਰਦੇ ਦੇ ਵਿੱਚ ਪ੍ਰਾਪਤ ਹੋ ਜਾਂਦੀ ਤੇ ਨਾਮ ਦਾ ਅਸਰ ਫੇਰ ਸ਼ੁਰੂ ਹੁੰਦਾ ਹੈ। ਤੋ ਕਹਿਣ ਤੋਂ ਭਾਵ ਕਿ ਸੰਸਾਰਕ ਪਦਾਰਥਾਂ ਵੱਲੋਂ ਵੈਰਾਗ ਹੋ ਜਾਵੇ ਤੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਪਿਆਰ ਉਤਪੰਨ ਹੋ ਜਾਵੇ।
ਪਖੰਡ ਨਾਸ ਹੋ ਜਾਣ ਤੇ ਫਿਰ ਪ੍ਰਮਾਤਮਾ ਦੇ ਨਾਮ ਦਾ ਆਨੰਦ ਜਦੋਂ ਨਿਸਕਾਮ ਹੋ ਕੇ ਸੇਵਾ ਕਰੀਏ, ਸਿਮਰਨ ਕਰੀਏ, ਤੋ ਨਿਸਕਾਮ ਹੋ ਕੇ, ਨਿਸਕਪਟ ਹੋ ਕੇ ਸੇਵਾ ਸਿਮਰਨ ਕਰੀਏ ਤੇ ਫਿਰ ਨਾਮ ਦਾ ਆਨੰਦ ਅੰਦਰ ਆਉਣ ਲੱਗ ਪੈਂਦਾ ਏ। ਫਿਰ ਨਾਮ ਰੂਪ ਧਨ ਅੰਦਰ ਇਕੱਠਾ ਹੋਣ ਲੱਗ ਪੈਂਦਾ ਹੈ। ਆਗੈ ਗਮਨ ਕੀਨ ਗੁਣ ਖਾਨੀ, ਗੁਣਾਂ ਦੀ ਖਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਗੇ ਨੂੰ ਚਾਲੇ ਪਾ ਦਿੱਤੇ ਨੇ। ਦਿਵਸ ਤੀਨ ਤਹਿ ਰਾਖਿਓ ਡੇਰਾ, 3 ਦਿਨ ਸਤਿਗੁਰੂ ਜੀ ਨੇ ਡੇਰਾ ਰੱਖਿਆ। ਕਰਕੇ ਮਰਦਨ ਦੰਭ ਕਨੇਰਾ, ਸਤਿਗੁਰੂ ਜੀ ਨੇ ਦੰਭ ਜਿਹੜੇ ਪਖੰਡ ਨੇ ਉਹ ਨਾਸ ਕਰ ਦਿੱਤੇ ਨੇ। ਆਗੈ ਗਮਨ ਜਿਵੇਂ ਸਤਿਗੁਰੂ ਜੀ ਨੇ ਜੋ ਬਚਨ ਕੀਤੇ ਨੇ ਰਾਮਕਲੀ ਕੀ ਵਾਰ ਦੇ ਅਖੀਰ ਦੇ ਵਿੱਚ, ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਲੋਭ ਅਪਮਾਨ ਸਿਓ ਝਾੜਿਓ। ਤੋ ਇਸ ਪ੍ਰਕਾਰ ਦੇ ਬਚਨ ਹਨ ਸਮਈਆਂ ਦੇ ਵਿੱਚ ਵੀ। ਤੋ ਐਸੀ ਕਿਰਪਾ ਕੀਤੀ ਹੈ ਸਤਿਗੁਰੂ ਜੀ ਨੇ, ਪਖੰਡਾਂ ਦਾ ਨਾਸ ਕਰ ਦਿੱਤਾ ਹੈ। ਜਿਨ੍ਹਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਉਹਨਾਂ ਦੀ ਗਰੀਬੀ ਰੋੜ ਦਿੱਤੀ ਹੈ ਸਤਿਗੁਰੂ ਜੀ ਨੇ। ਆਗੈ ਗਮਨ ਕੀਨ ਗੁਣ ਖਾਨੀ, ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਅੱਗੇ ਚਾਲੇ ਪਾ ਦਿੱਤੇ। ਜਾਹੇ ਅਨੇਕ ਉਧਾਰੇ ਪ੍ਰਾਨੀ, ਹਾਂਜੀ, ਜਿਸ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਅਨੇਕਾਂ ਪ੍ਰਾਣਾ ਧਾਰੀ ਜੀਵਾਂ ਦਾ ਉਧਾਰ ਕੀਤਾ ਨਾਮ ਦੀ ਦਾਤ ਦੇ ਕੇ। ਦੋਹਰਾ ਕਰਤਿਓ ਬਚਨ ਬਿਲਾਸ ਕੋ, ਦੁਖ ਨਾਸ਼ਕ ਸੁਖਦਾਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਬਿਲਾਸ ਕਰਦੇ ਜਾ ਰਹੇ ਨੇ, ਦੁੱਖਾਂ ਦੇ ਨਾਸ਼ਕ ਤੇ ਸੁੱਖਾਂ ਨੂੰ ਦੇਣ ਵਾਲੇ। ਨਗਰ ਅਯੁੱਧਿਆ ਜਹ ਤੋ ਛਿਨ ਮਹਿ ਪਹੁੰਚੇ ਆਏ, ਹਾਂਜੀ, ਅਯੋਧਿਆ ਨਗਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚ ਗਏ ਹਨ। ਚੌਪਈ ਸਰਿਤਾ ਪਰ ਬੈਠੇ ਗੁਰ ਪੂਰਨ, ਪੂਰੇ ਸਤਿਗੁਰੂ ਜੀ ਨਦੀ ਦੇ ਕੰਢੇ ਦੇ ਉੱਪਰ ਬੈਠ ਗਏ ਨੇ। ਹਾਂਜੀ, ਗੰਗਾ ਦੇ ਕੰਢੇ ਤੇ ਬੈਠ ਗਏ ਨੇ। ਜਗ ਮਹਿ ਦੰਭ ਕੀਨ ਜਿਨ ਚੂਰਨ, ਜਗਤ ਦੇ ਵਿੱਚ ਜਿਨ੍ਹਾਂ ਨੇ ਪਖੰਡ ਨਾਸ ਕਰ ਦਿੱਤੇ ਨੇ, ਖਤਮ ਕਰ ਦਿੱਤੇ ਨੇ, ਚੂਰਾ ਚੂਰਾ ਕਰ ਦਿੱਤੇ ਨੇ ਪਖੰਡ ਜਿਨ੍ਹਾਂ ਨੇ। ਸੋਨ ਸ਼੍ਰੀ ਨਾਨਕ ਨਾਮ ਕਿਰਪਾਲਾ, ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਕੇ ਪੁਰਤੇ ਨਰ ਆਏ ਤਤਕਾਲਾ, ਜਿਹੜੇ ਮਨੁੱਖ ਨੇ ਨਾ ਉਹ ਬਹੁਤੇ ਜ਼ਿਆਦੇ ਨਗਰ ਦੇ ਵਿੱਚੋਂ ਆ ਗਏ ਨੇ। ਅਯੋਧਿਆਪੁਰੀ ਨਗਰੀ ਦੇ ਵਿੱਚੋਂ ਆ ਗਏ ਨੇ ਬਹੁਤੇ ਜ਼ਿਆਦੇ ਲੋਕ। ਤੇ ਜਹਾਂ ਬੇਦੀ ਕੁਲ ਦੀਪਾ, ਜਿਸ ਥਾਂ ਤੇ ਬੇਦੀ ਕੁਲ ਦੇ ਪ੍ਰਕਾਸ਼ਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਭਾ ਪਾ ਰਹੇ ਸਨ। ਬੈਠੇ ਪੰਡਤ ਆਨ ਸਮੀਪਾ, ਸਤਿਗੁਰੂ ਜੀ ਦੇ ਪਾਸ ਪੰਡਤ ਆ ਕੇ ਬੈਠ ਗਏ ਨੇ। ਬੰਧਨ ਕਰਹਿ ਭਾਉ ਔਰ ਧਰ ਕੈ, ਸਾਰੇ ਹੀ ਪੰਡਤ ਲੋਕ ਬਹੁਤਾ ਜ਼ਿਆਦਾ ਪ੍ਰੇਮ ਧਾਰਨ ਕਰਕੇ ਤੇ ਨਮਸਕਾਰਾਂ ਕਰਦੇ ਨੇ। ਹਰਖੈ ਸੁੰਦਰ ਰੂਪ ਨਿਹਰ ਕੈ, ਸਤਿਗੁਰੂ ਜੀ ਦਾ ਸੁੰਦਰ ਸਰੂਪ ਦੇਖ ਕੇ ਦਰਸ਼ਨ ਕਰਕੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਪੰਡਤ ਲੋਕ। ਭਈ ਸਮੀਪ ਪੂਰ ਜਬ ਪੀਰਾ, ਜਦੋਂ ਬਹੁਤੀ ਜ਼ਿਆਦੀ ਭੀੜ ਹੋ ਗਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ, ਬੋਲੇ ਸਭ ਸੋ ਗੁਨੀ ਗਹੀਰਾ, ਸਾਰੇ ਹੀ ਲੋਕਾਂ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਣੀ ਗਹੀਰਾ, ਗੁਣਾਂ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਬਚਨ ਕਹਿਣ ਲੱਗੇ ਨੇ। ਰਾਮ ਗਏ ਲੈ ਕਰ ਸੰਗ ਨਗਰੀ, ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਪੰਡਤ ਜਨੋ ਸ੍ਰੀ ਰਾਮਚੰਦਰ ਜੀ ਸਾਰੀ ਨਗਰੀ ਨੂੰ ਹੀ ਨਾਲ ਲੈ ਗਏ ਸਨ। ਨੀਚ ਊਚ ਨਰ ਨਾਰੀ ਸਗਰੀ, ਨੀਵੇਂ ਉੱਚੇ ਲੋਕ ਮਨੁੱਖ ਇਸਤਰੀਆਂ ਇਹ ਸਾਰਿਆਂ ਨੂੰ ਨਾਲ ਲੈ ਗਏ ਸਨ। ਤੋ ਕੱਲ ਦੇ ਪ੍ਰਸੰਗ ਦੇ ਵਿੱਚ ਜਿਵੇਂ ਪੰਡਤਾਂ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੰਡਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਨਗੇ, ਗੁਰੂ ਕੇ ਚਰਨਾਂ ਦੀ ਚਰਨ ਪੌੜ ਲੈ ਕੇ ਪੰਡਤ ਲੋਕ ਇੱਥੋਂ ਦੇ ਵੀ ਅਯੋਧਿਆ ਨਗਰੀ ਦੇ ਲੋਕ ਵੀ ਨਿਹਾਲ ਹੋਣਗੇ। ਉਹ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। ਸਤਿਗੁਰੂ ਜੀ ਅਤੇ ਸਤਿਗੁਰੂ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਹਾਰ ਹੈ। ਲੇਖੈ ਕਤਹਿ ਨਾ ਛੂਟੀ ਹੈ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਰਾਮ ਗਏ ਲੈ ਕਰ ਸੰਗ ਨਗਰੀ, ਨੀਚ ਊਚ ਨਰ ਨਾਰੀ ਸਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।